हाँ जी, सत श्री अकाल दोस्तों, ਤੁਹਾਡਾ ਸਾਰਿਆਂ ਦਾ ਸਵਾਗਤ ਆ। ਸੋ ਅੱਜ ਆਪਾਂ ਜੀ ਲਾਭ ਹਾਨੀ ਸ਼ੁਰੂ ਕਰਨ ਜਾ ਰਹੇ ਹਾਂ ਜੀ। ਪ੍ਰੋਫਿਟ ਐਂਡ ਲਾਸ ਮੈਥ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਆਪਣਾ, ਠੀਕ ਆ ਜੀ। ਅਤੇ ਤੁਹਾਨੂੰ ਇੰਨੇ ਆਸਾਨ ਤਰੀਕੇ ਨਾਲ ਸਮਝਾਵਾਂਗੇ ਕਿ ਹਰੇਕ ਬੱਚੇ ਨੂੰ ਸਮਝ ਆ ਜਾਊਗਾ, ਠੀਕ ਆ ਜੀ। ਇਸ ਕਰਕੇ ਧਿਆਨ ਨਾਲ ਦੇਖ ਲਿਓ, ਧਿਆਨ ਨਾਲ ਸੁਣ ਲਿਓ ਅਤੇ ਲਾਸਟ ਤੱਕ ਦੇਖ ਲਿਓ, ਠੀਕ ਆ ਜੀ। ਅਤੇ ਤੁਹਾਨੂੰ ਇੰਪੋਰਟੈਂਟ ਪ੍ਰਸ਼ਨ ਵੀ ਕਰਾਵਾਂਗੇ ਅਤੇ ਸਮਝ ਲਿਆ ਜੇ ਤੁਸੀਂ ਧਿਆਨ ਨਾਲ ਤਾਂ ਤੁਸੀਂ ਪ੍ਰਸ਼ਨ ਖੁਦ ਕੱਢੋਗੇ, ਠੀਕ ਆ ਜੀ। ਪ੍ਰਸ਼ਨ ਸਾਰੇ ਖੁਦ ਕੱਢੋਗੇ ਤਾਂ ਠੀਕ ਆ ਜੀ। ਚਲੋ ਆਪਾਂ ਅੱਜ ਦਾ ਟੌਪਿਕ ਫਿਰ ਸ਼ੁਰੂ ਕਰਦੇ ਹਾਂ ਆਪਾਂ। ਹਾਂਜੀ, ਦੇਖੋ ਬਈ ਵੀ ਮੈਂ ਘਰੋਂ 100 ਰੁਪਇਆ ਲੈ ਕੇ ਤੁਰ ਪਿਆ, ਠੀਕ ਆ ਜੀ। ਮੈਂ ਘਰੋਂ 100 ਰੁਪਇਆ ਲੈ ਕੇ ਤੁਰ ਪਿਆ, ਮੈਂ ਬਾਜ਼ਾਰ ਨੂੰ ਵਗ ਗਿਆ। ਮੈਂ ਜਾਂਦਾ ਹੀ ਸੀ ਜੀ ਬਾਜ਼ਾਰ 'ਚ ਕਿ ਦੁਕਾਨ 'ਤੇ ਮੈਨੂੰ ਵੀ ਇੱਕ ਦੁਕਾਨ ਦਿਖੀ ਅਤੇ ਉਹ 'ਤੇ ਮੈਨੂੰ ਇੱਕ ਘੜੀ ਦਿਖੀ। ਘੜੀ ਮੈਨੂੰ ਵਧੀਆ ਲੱਗੀ। ਮੈਂ ਦੁਕਾਨ ਦੇ ਅੰਦਰ ਵਗ ਗਿਆ ਰੇਟ ਪੁੱਛਣ, ਤਾਂ ਉਹ ਕਹਿੰਦੇ ਵੀ 100 ਤੋਂ ਘੱਟ ਨਹੀਂ ਦਿੰਦੇ ਘੜੀ 100 ਰੁਪਏ ਤੋਂ ਘੱਟ ਨਹੀਂ ਦਿੰਦੇ। ਮੈਨੂੰ ਘੜੀ ਵਧੀਆ ਲੱਗੀ ਤਾਂ ਮੈਂ ਬਈ 100 ਰੁਪਏ 'ਚ ਘੜੀ ਖਰੀਦ ਲਈ, ਠੀਕ ਆ ਜੀ। ਤਾਂ ਫਿਰ ਮੇਰਾ ਖਰੀਦ ਮੁੱਲ ਕਿੰਨਾ ਹੋ ਗਿਆ? 100 ਰੁਪਇਆ ਹੋ ਗਿਆ। ਕੋਸਟ ਪ੍ਰਾਈਜ਼ CP ਅੰਗਰੇਜ਼ੀ ਕਹਿੰਦੇ ਹੈਗੇ ਖਰੀਦ ਮੁੱਲ ਨੂੰ। ਕੋਸਟ ਪ੍ਰਾਈਜ਼ CP ਕਿੰਨਾ ਹੋ ਗਿਆ? ਫਿਰ ਮੇਰਾ 100 ਹੋ ਗਿਆ, ਠੀਕ ਆ ਜੀ। ਤਾਂ ਮੈਂ ਘੜੀ ਖਰੀਦ ਕੇ ਬਈ ਘਰ ਨੂੰ ਮੁੜਦਾ ਸੀ ਕਿ ਰਾਹ 'ਚ ਮੈਨੂੰ ਮੇਰਾ ਇੱਕ ਦੋਸਤ ਮਿਲਿਆ। ਉਹ ਕਹਿੰਦਾ ਘੜੀ ਬਹੁਤ ਸੋਹਣੀ ਆ, ਕਹਿੰਦਾ ਘੜੀ ਬਹੁਤ ਦੇਖਣ 'ਚ ਸੋਹਣੀ ਆ, ਮੈਨੂੰ ਵੇਚਣੀ ਆ, ਮੈਨੂੰ ਘੜੀ ਵੇਚ ਦੇ। ਮੈਂ ਸੋਚਿਆ, ਮੈਂ ਕਿਹਾ ਇਹਨੂੰ ਕਿਹੜਾ ਖਰੀਦ ਮੁੱਲ ਪਤਾ। ਮੈਂ ਕਿਹਾ ਇਹਨੂੰ ਤਾਂ ਮੇਰਾ ਖਰੀਦ ਮੁੱਲ ਪਤਾ ਨਹੀਂ, ਮੈਂ ਕਿੰਨੀ ਦੀ ਖਰੀਦ ਕੇ ਲਿਆਇਆ। ਮੈਂ ਕਿਹਾ ਇਹਨੂੰ 120 ਦੀ ਵੇਚ ਦਿੰਦਾ। ਜੇ ਭਾਈ ਫਿਰ ਮੈਂ ਉਹਨੂੰ 120 ਦੀ ਵੇਚੂੰਗਾ ਤਾਂ ਫਿਰ ਵੇਚ ਮੁੱਲ ਕਿੰਨਾ ਹੋ ਜੂ ਮੇਰਾ? 120 ਰੁਪਇਆ ਹੋ ਜੂ। ਸੈਲਿੰਗ ਪ੍ਰਾਈਜ਼ ਵੇਚ ਮੁੱਲ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਹੁੰਦੇ ਆ? ਸੈਲਿੰਗ ਪ੍ਰਾਈਜ਼ SP ਕਿੰਨਾ ਹੋ ਜੂ? 120 ਹੋ ਜੂ, ਠੀਕ ਆ ਜੀ। ਤਾਂ ਵੀ ਦੇਖੋ ਖਰੀਦ ਕੇ ਮੈਂ 100 ਦੀ ਲਿਆਇਆ, ਵੇਚਤੀ ਮੈਂ 120 ਦੀ, ਤਾਂ ਫਿਰ ਮੈਨੂੰ ਲਾਭ ਹੀ ਹੋ ਗਿਆ। ਕਿੰਨੇ ਦਾ? 20 ਰੁਪਏ ਦਾ ਲਾਭ ਹੀ ਹੋ ਜੂ, ਠੀਕ ਆ ਜੀ। ਤਾਂ ਲਾਭ ਹਮੇਸ਼ਾ ਕਦੋਂ ਹੁੰਦਾ ਜਦੋਂ ਖਰੀਦ ਮੁੱਲ ਘੱਟ ਹੋਵੇ, ਵੇਚ ਮੁੱਲ ਵੱਧ ਹੋਵੇ। ਜਦੋਂ ਘੱਟ ਦੀ ਖਰੀਦ ਕੇ ਲਿਆਈਏ, ਵੱਧ ਦੀ ਵੇਚ ਦਈਏ ਤਾਂ ਕੀ ਹੁੰਦਾ? ਲਾਭ ਹੀ ਹੁੰਦਾ। ਤਾਂ ਪ੍ਰੋਫਿਟ ਲਾਭ ਹਮੇਸ਼ਾ ਕਿਹਦੇ ਬਰਾਬਰ ਹੁੰਦਾ? SP ਮਾਈਨਸ CP। ਵੇਚ ਮੁੱਲ ਵੱਡਾ ਹੁੰਦਾ ਤਾਂ ਵੇਚ ਮੁੱਲ ਮਾਈਨਸ ਖਰੀਦ ਮੁੱਲ। ਲਾਭ ਹਮੇਸ਼ਾ ਕਿਹਦੇ ਬਰਾਬਰ ਹੁੰਦਾ? ਵੇਚ ਮੁੱਲ ਮਾਈਨਸ ਖਰੀਦ ਮੁੱਲ, ਠੀਕ ਆ ਜੀ। ਇਹ ਸਾਰਾ ਨੋਟ ਕਰ ਲਿਆ। ਹੁਣ ਅੱਗੇ ਦੇਖੋ। ਹਾਂਜੀ ਬਈ ਜਿਹੜਾ ਮੇਰਾ ਦੋਸਤ ਸੀਗਾ ਉਹ ਕਹਿੰਦਾ ਘੜੀ ਦੇਖਣ ਤਾਂ ਸੋਹਣੀ ਆ, ਪਰ ਕਹਿੰਦਾ ਕੰਪਨੀ ਨਹੀਂ ਇਹਦੀ ਵਧੀਆ। ਕਹਿੰਦਾ ਘੜੀ ਦੀ ਕੰਪਨੀ ਨਹੀਂ ਵਧੀਆ, ਚਾਈਨਾ ਮੇਡ ਆ, ਠੀਕ ਆ। ਇਹ ਚਾਈਨਾ ਮੇਡ ਘੜੀ ਹੈਗੀ। ਇਹ ਕਹਿੰਦਾ ਮੈਂ ਤਾਂ 80 ਰੁਪਏ ਦਊਂ ਕਿਉਂਕਿ ਬਾਹਲਾ ਚਿਰ ਚੱਲਣੀ ਨਹੀਂ ਹੈਗੀ, ਮਹੀਨੇ ਤੋਂ ਵੱਧ ਚੱਲਣੀ ਨਹੀਂ। ਤਾਂ ਵੀ ਮੇਰਾ ਦੋਸਤ ਵਧੀਆ ਸੀ, ਫਿਰ ਮੈਂ ਉਹਦੇ ਨਾਲ ਦੋਸਤੀ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਮੈਂ ਕਿਹਾ ਮੈਨੂੰ ਤੂੰ 80 ਰੁਪਏ ਦੇ ਦੇ, ਮੈਨੂੰ 80 ਰੁਪਏ ਦੇ ਦੇ। ਤਾਂ ਵੀ ਫਿਰ ਮੈਂ ਖਰੀਦ ਕੇ 100 'ਚ ਲਿਆਇਆ ਸੀ, ਵੇਚਤੀ ਮੈਂ ਉਹਨੂੰ 80 'ਚ। ਤਾਂ ਮੈਨੂੰ ਕੀ ਹੋਊਗਾ? ਹਾਨੀ ਹੋਊਗੀ। ਕਿੰਨੇ ਦੀ ਹੋਊਗੀ? 20 ਦੀ ਹੋਊਗੀ। ਤਾਂ ਵੀ ਖਰੀਦ ਮੁੱਲ ਕਿੰਨਾ ਸੀ ਆਪਣਾ? CP 100 ਸੀ, ਵੇਚਤੀ ਮੈਨੂੰ 80 'ਚ। ਵੇਚ ਮੁੱਲ ਕਿੰਨਾ? 80 ਆਪਣਾ। ਸੈਲਿੰਗ ਪ੍ਰਾਈਜ਼ ਕਿੰਨਾ? SP 80 ਆ। ਤਾਂ ਮੈਨੂੰ ਹਾਨੀ ਹੋਊਗੀ। ਹਾਨੀ ਹਮੇਸ਼ਾ ਕਦੋਂ ਹੁੰਦੀ ਆ? ਜੋ ਖਰੀਦ ਮੁੱਲ ਵੱਡਾ ਹੋਵੇ, ਵੇਚ ਮੁੱਲ ਛੋਟਾ ਹੋਵੇ। ਜੋ ਵੱਧ 'ਚ ਖਰੀਦ ਕੇ ਘੱਟ 'ਚ ਵੇਚ ਦਈਏ ਤਾਂ ਹਾਨੀ ਹੋਈ ਹੋਊਗੀ। ਹਾਨੀ ਹਮੇਸ਼ਾ ਕਿਹਦੇ ਬਰਾਬਰ ਹੁੰਦਾ? ਲੋਸ CP ਮਾਈਨਸ SP। ਖਰੀਦ ਮੁੱਲ ਵੱਡਾ ਹੁੰਦਾ ਹਾਨੀ 'ਚ, ਖਰੀਦ ਮੁੱਲ ਮਾਈਨਸ ਵੇਚ ਮੁੱਲ, ਬਸ ਇੰਨੀ ਆ, ਠੀਕ ਆ ਜੀ। ਇਹ ਵੀ ਤੁਸੀਂ ਨੋਟ ਕਰ ਲਓ। ਤਾਂ ਹੁਣ ਅੱਗੇ ਦੇਖੋ ਜੀ। ਇਹ ਤਾਂ ਹੁਣ ਆਪਾਂ ਪਤਾ ਕਰ ਲਿਆ ਵੀ ਹਾਨੀ ਕਦੋਂ ਹੁੰਦੀ ਹੈ, ਕਿਵੇਂ ਹੁੰਦੀ ਹੈ ਸਾਰੇ ਕੁਛ। ਅਤੇ ਹੁਣ ਕਿਵੇਂ ਪ੍ਰਤੀਸ਼ਤ ਵਿੱਚ ਪਤਾ ਕਰਨਾ? ਹੁਣ ਆਪਾਂ ਨੂੰ ਪਤਾ ਤਾਂ ਲੱਗ ਗਿਆ ਵੀ ਹਾਨੀ ਉਦੋਂ ਹੁੰਦੀ ਆ, ਲਾਭ ਉਦੋਂ ਹੁੰਦਾ, ਠੀਕ ਆ ਜੀ। ਅਤੇ ਹੁਣ ਪਤਾ ਕਰਨਾ ਪ੍ਰਤੀਸ਼ਤ ਵਿੱਚ ਕਿਵੇਂ ਪਤਾ ਕਰੀਏ? ਕੁਛ ਨਹੀਂ ਕਰਨਾ, ਬਸ ਬਈ ਜਦੋਂ ਵੀ ਲਾਭ ਪ੍ਰਤੀਸ਼ਤ ਪਤਾ ਕਰਨਾ, ਜਿੰਨਾ ਪ੍ਰੋਫਿਟ ਹੋਇਆ ਉਹਨੂੰ ਉੱਪਰ ਰੱਖ ਲੈਣਾ ਅਤੇ ਜਿੰਨਾ ਖਰੀਦ ਮੁੱਲ ਆ ਉਹਨੂੰ ਨੀਚੇ ਰੱਖ ਲੈਣਾ, ਠੀਕ ਆ ਜੀ। ਉਹਨੂੰ 100 ਨਾਲ ਗੁਣਾ ਕਰ ਦੇਣਾ, ਬਸ ਹੋਰ ਕੁਛ ਨਹੀਂ ਕਰਨਾ। ਜਿੰਨਾ ਲਾਭ ਹੋਇਆ ਉਹਨੂੰ ਉੱਪਰ ਰੱਖ ਲੈਣਾ, ਜਿੰਨਾ ਖਰੀਦ ਮੁੱਲ ਆ ਉਹਨੂੰ ਨੀਚੇ ਰੱਖ ਲੈਣਾ, 100 ਨਾਲ ਗੁਣਾ ਕਰ ਦੇਣਾ। ਤਾਂ ਕੀ ਹੋ ਜਾਊਗਾ? ਆਪਣਾ ਪ੍ਰੋਫਿਟ ਪ੍ਰਤੀਸ਼ਤ ਵਿੱਚ ਪਤਾ ਹੋ ਜਾਊਗਾ। ਹਾਨੀ ਪ੍ਰਤੀਸ਼ਤ ਵਿੱਚ ਪਤਾ ਕਰਨ ਲਈ ਕੀ ਕਰਨਾ? ਜਿੰਨੀ ਹਾਨੀ ਹੋਈ ਹੈ ਬਸ ਹਾਨੀ ਨੂੰ ਉੱਪਰ ਰੱਖ ਲੈਣਾ, ਥੱਲੇ ਖਰੀਦ ਮੁੱਲ ਨੂੰ ਉਵੇਂ ਰੱਖ ਲੈਣਾ, ਨੀਚੇ ਰੱਖ ਲੈਣਾ, ਗੁਣਾ 100 ਕਰ ਦੇਣਾ। ਹਾਨੀ ਨੂੰ ਉੱਪਰ ਰੱਖ ਲੈਣਾ, ਖਰੀਦ ਮੁੱਲ ਨੀਚੇ ਰੱਖ ਲੈਣਾ, ਗੁਣਾ 100 ਕਰ ਦੇਣਾ, ਬਸ ਹੋਰ ਕੁਛ ਨਹੀਂ ਕਰਨਾ। ਜੇ ਹਾਨੀ ਪਤਾ ਕਰਨੀ ਹੈ, ਜੇ ਪ੍ਰੋਫਿਟ ਪਤਾ ਕਰਨਾ, ਬਸ ਉੱਪਰ ਪ੍ਰੋਫਿਟ ਰੱਖ ਦੇਣਾ, ਥੱਲੇ ਖਰੀਦ ਮੁੱਲ ਗੁਣਾ 100 ਕਰ ਦੇਣਾ। ਜੇ ਹਾਨੀ ਪਤਾ ਕਰਨੀ ਹੈ, ਜਿੰਨੀ ਹਾਨੀ ਹੋ ਰਹੀ ਹੈਗੀ, ਹਾਨੀ ਨੂੰ ਉੱਪਰ ਰੱਖ ਲੈਣਾ, ਥੱਲੇ CP ਰੱਖ ਦੇਣਾ, ਗੁਣਾ 100 ਕਰ ਦੇਣਾ। ਤਾਂ ਆਪਣੀ ਹਾਨੀ ਪ੍ਰਤੀਸ਼ਤ ਵਿੱਚ ਪਤਾ ਚੱਲ ਜੂਗੀ। ਬਸ ਇਹ ਵੀ ਤੁਸੀਂ ਨੋਟ ਕਰ ਲਓ, ਠੀਕ ਹੈ ਸਾਰੇ ਜਾਣੇ, ਇਹ ਵੀ ਨੋਟ ਕਰ ਲਓ। ਹੁਣ ਅੱਗੇ ਦੇਖੋ ਜੀ। ਅੱਗੇ ਮੈਂ ਪ੍ਰਸ਼ਨ ਪਾਉਣਾ, ਮੈਂ ਤੁਹਾਨੂੰ ਇੱਕ ਪ੍ਰਸ਼ਨ ਕੱਢ ਕੇ ਦਿਖਾਓ। ਹਾਂਜੀ, ਆਪਾਂ ਨੂੰ ਦਿੱਤਾ ਹੋਇਆ ਹੈਗਾ SP ਕੀ ਹੁੰਦਾ? ਵੇਚ ਮੁੱਲ ਆਪਾਂ ਨੂੰ ਦਿੱਤਾ ਹੋਇਆ 60 ਰੁਪਏ। ਵੇਚ ਮੁੱਲ ਆਪਾਂ ਨੂੰ ਦਿੱਤਾ ਕਿੰਨਾ ਦਿੱਤਾ ਹੋਇਆ? 60 ਰੁਪਏ ਦਿੱਤਾ ਹੋਇਆ। ਅਤੇ ਕਹਿੰਦਾ ਲਾਭ ਹੋ ਰਿਹਾ ਕਹਿੰਦੇ ਤੁਹਾਨੂੰ 10 ਰੁਪਏ ਦਾ ਲਾਭ ਹੋ ਰਿਹਾ। ਅਤੇ CP ਪਤਾ ਕਰੋ, ਖਰੀਦ ਮੁੱਲ ਪਤਾ ਕਰੋ। ਵੇਚ ਮੁੱਲ ਦਿੱਤਾ ਹੋਇਆ 60, ਲਾਭ ਕਹਿੰਦੇ 10 ਰੁਪਏ ਦਾ ਹੋ ਰਿਹਾ। ਖਰੀਦ ਮੁੱਲ ਪਤਾ ਕਰੋ, ਖਰੀਦ ਮੁੱਲ ਪਤਾ ਕਰਨਾ, ਠੀਕ ਆ ਜੀ। ਤਾਂ ਵੀ ਲਾਭ ਕਦੋਂ ਹੁੰਦਾ ਸਾਰਿਆਂ ਨੂੰ ਪਤਾ ਹੀ ਹੈ। ਲਾਭ ਕਦੋਂ ਹੁੰਦਾ ਤੁਹਾਨੂੰ ਦੱਸ ਹੀ ਦਿੱਤਾ ਉਹਨਾਂ ਨੇ। ਲਾਭ ਹੋ ਰਿਹਾ,
ਲਾਭ ਉਹਦੀ ਹੋਊਗਾ ਜਦੋਂ ਘੱਟ ਦੀ ਖਰੀਦ ਕੇ ਵੱਧ 'ਚ ਵੇਚਾਂਗੇ, ਠੀਕ ਆ ਜੀ। ਲਾਭ ਹਮੇਸ਼ਾ ਕਿਹਦੇ ਬਰਾਬਰ ਹੁੰਦਾ, ਪ੍ਰੋਫਿਟ ਹਮੇਸ਼ਾ ਕਿਹਦੇ ਬਰਾਬਰ ਹੁੰਦਾ, SP ਮਾਈਨਸ CP ਦੇ ਬਰਾਬਰ ਹੀ ਹੁੰਦਾ। ਵੇਚ ਮੁੱਲ ਮਾਈਨਸ ਖਰੀਦ ਮੁੱਲ ਦੇ ਬਰਾਬਰ ਹੀ ਹੁੰਦਾ ਲਾਭ, ਠੀਕ ਆ ਜੀ। ਅਤੇ ਜਿੰਨੀਆਂ ਰਕਮ ਉਹਨੂੰ ਭਰ ਦਿਓ ਵਿੱਚ ਬਸ। ਲਾਭ ਆਪਾਂ ਨੂੰ ਪ੍ਰੋਫਿਟ ਕਿੰਨੇ 10 ਦਾ ਹੋ ਰਿਹਾ ਬਰਾਬਰ ਖਰੀਦ ਮੁੱਲ ਵੇਚ ਮੁੱਲ ਕਿੰਨਾ ਆਪਣਾ 60 ਆ। ਖਰੀਦ ਮੁੱਲ ਕਹਿੰਦੇ ਪਤਾ ਕਰਨਾ ਮਾਈਨਸ ਖਰੀਦ ਮੁੱਲ ਨੂੰ ਮੈਂ CP ਨੂੰ ਐਂ ਰੱਖ ਲੈਣਾ, ਕੋਸਟ ਪ੍ਰਾਈਜ਼ ਨੂੰ। ਅਤੇ ਬਸ ਇਹਨੂੰ ਸੋਲਵ ਕਰ ਲਓ। 10 60 ਨੂੰ ਮਾਈਨਸ 60 ਨੂੰ ਇੱਧਰ ਲਿਆਂਦਾ ਬਰਾਬਰ ਤੋਂ ਮਾਈਨਸ ਦਾ ਹੋ ਜੂ ਬਰਾਬਰ ਹੈ, ਇੱਧਰ ਮਾਈਨਸ ਦਾ CP ਐਂ ਰਹਿ ਗਿਆ, ਠੀਕ ਆ। ਇੱਧਰ ਸੋਲਵ ਕਰ ਲਓ। 10 ਚੋਂ ਮਾਈਨਸ 60 ਕੱਢੇ, ਮਾਈਨਸ ਦਾ 50 ਆ ਗਿਆ ਬਰਾਬਰ ਹੈ ਮਾਈਨਸ ਦਾ CP ਐਂ ਰਹਿ ਗਿਆ। ਆਹ ਮਾਈਨਸ ਨਾਲ ਮਾਈਨਸ ਕੱਟਿਆ ਜਾਊ ਤਾਂ ਆਪਣਾ CP ਕਿੰਨਾ ਆ ਜਾਊਗਾ, ਖਰੀਦ ਮੁੱਲ ਕਿੰਨਾ ਆ ਜਾਊਗਾ, 50 ਆ ਜੂ। ਰਾਈਟ ਆ ਜਾਂ ਆਨਸਰ ਰੌਂਗ ਹੈ, ਪਤਾ ਕਿਵੇਂ ਕਰਾਂਗੇ। ਦੇਖੋ ਬਈ ਮੈਂ ਖਰੀਦ ਕੇ 50 ਦੀ ਲਿਆਇਆ, ਵੇਚੀ ਜਾਂਦਾ ਮੈਂ 60 ਦੀ, ਤਾਂ ਮੈਨੂੰ ਫਿਰ 10 ਦਾ ਲਾਭ ਹੀ ਹੋਊਗਾ। ਇੰਨਾ ਸੌਖਾ ਤਰੀਕਾ ਮੈਂ ਤੁਹਾਨੂੰ ਉੱਤਰ ਦੱਸ ਕੇ ਹਟਿਆ। ਮਿੰਟ 'ਚ ਕੱਢਣਾ ਚਾਹੀਦਾ ਆਪਰੇਸ਼ਨ। ਹੁਣ ਅਗਲਾ ਇੱਕ ਹੋਰ ਆਪਰੇਸ਼ਨ ਪਾਉਣਾ, ਉਹ ਕੱਢ ਕੇ ਦਿਖਾਓ, ਮਿੰਟ 'ਚ ਹੀ ਕੱਢੋ। ਹਾਂਜੀ ਬਈ ਆਪਾਂ ਨੂੰ CP ਦਿੱਤਾ ਹੋਇਆ, ਖਰੀਦ ਮੁੱਲ ਦਿੱਤਾ ਹੋਇਆ ਕਿ 70 ਰੁਪਏ, ਠੀਕ ਆ। ਖਰੀਦ ਮੁੱਲ 70 ਦਿੱਤਾ ਹੋਇਆ, ਕਹਿੰਦੇ ਹਾਨੀ ਹੋ ਰਹੀ ਹੈਗੀ 20 ਦੀ, 20 ਦੀ ਹਾਨੀ ਹੋ ਰਹੀ ਹੈਗੀ 20 ਦੀ। ਅਤੇ ਕੀ ਕਹਿੰਦੇ ਪਤਾ ਕਰੋ SP ਪਤਾ ਕਰੋ, ਵੇਚ ਮੁੱਲ ਪਤਾ ਕਰੋ, ਠੀਕ ਆ। ਵੇਚ ਮੁੱਲ ਪਤਾ ਕਰਨਾ ਗਾ। ਖਰੀਦ ਮੁੱਲ ਦਿੱਤਾ ਹੋਇਆ 70, ਹਾਨੀ ਕਹਿੰਦੇ 20 ਦੀ ਹੋ ਰਹੀ ਆ, ਵੇਚ ਮੁੱਲ ਪਤਾ ਕਰਨਾ। ਹਾਨੀ ਕਦੋਂ ਹੁੰਦੀ ਆ ਬਾਈ, ਹਾਨੀ ਹਮੇਸ਼ਾ ਕਦੋਂ ਹੁੰਦੀ ਆ, ਹਾਨੀ ਉਹਦੀ ਹੁੰਦੀ ਆ ਜਦੋਂ ਆਪਾਂ ਵੱਧ ਦੀ ਚੀਜ਼ ਲੈ ਕੇ ਘੱਟ 'ਚ ਵੇਚ ਦਈਏ। ਜੇ ਆਪਣਾ ਖਰੀਦ ਮੁੱਲ ਕਿੱਦਾਂ ਵੱਡਾ ਹੁੰਦਾ, ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ। ਹਾਨੀ ਕਿਹਦੇ ਬਰਾਬਰ ਹੁੰਦੀ ਆ, ਲੋਸ L ਬਰਾਬਰ ਕਿਹਦੇ ਹੁੰਦਾ, CP ਮਾਈਨਸ SP ਦੇ ਬਰਾਬਰ ਹੀ ਹੁੰਦਾ। CP ਮਾਈਨਸ SP ਖਰੀਦ ਮੁੱਲ ਮਾਈਨਸ ਵੇਚ ਮੁੱਲ। ਖਰੀਦ ਮੁੱਲ ਵੱਡਾ ਹੀ ਹੁੰਦਾ ਹਾਨੀ 'ਚ, ਵੇਚ ਮੁੱਲ ਛੋਟਾ ਹੁੰਦਾ, ਤਾਂ ਆਪਾਂ ਵੇਚ ਮੁੱਲ ਘਟਾਉਣੇ ਹੁੰਦੇ ਆ। ਤਾਂ ਆਪਾਂ ਕੀ ਲਿਖਾਂਗੇ, ਲੋਸ ਬਰਾਬਰ ਇੱਥੇ ਜਿਹੜੀ ਰਕਮ ਉਹਨੂੰ ਭਰ ਦਿਓ, ਤਾਂ ਲੋਸ ਕਿੰਨੇ ਦਾ ਹੋ ਰਿਹਾ ਹੈਗਾ, 20 ਦਾ ਹੋ ਰਿਹਾ, 20 ਲਿਖ ਦੇਣਾ ਮੈਂ ਉਰੇ। ਲੋਸ ਰਕਮ ਹੀ ਭਰ ਰਿਹਾ ਮੈਂ ਉਰੇ, ਲੋਸ 20 ਦਾ ਹੋ ਰਿਹਾ। ਅਤੇ ਆਪਾਂ ਨੂੰ ਖਰੀਦ ਮੁੱਲ ਕਹਿੰਦਾ 70 ਦਿੱਤਾ, 70 ਭਰਤਾ। ਵੇਚ ਮੁੱਲ ਕਹਿੰਦੇ ਪਤਾ ਕਰਨਾ, ਤਾਂ ਮਾਈਨਸ ਵੇਚ ਮੁੱਲ ਨੂੰ ਮੈਂ ਹੀ ਲਿਖਤਾ, ਠੀਕ ਆ ਜੀ। ਤਾਂ ਇਹਨੂੰ ਸੋਲਵ ਕਰ ਲਓ। 20 ਨੂੰ ਮੈਂ ਹੀ ਲਿਖਤਾ, ਮਾਈਨਸ 70 ਨੂੰ ਇੱਧਰ ਲਿਆਂਦਾ, ਮਾਈਨਸ 70 ਹੋ ਗਿਆ ਬਰਾਬਰ ਹੈ ਇੱਧਰ ਮਾਈਨਸ ਦਾ ਆਪਣਾ SP ਵੇਚ ਮੁੱਲ ਹੀ ਰਹਿ ਗਿਆ, ਠੀਕ ਆ ਜੀ। ਤਾਂ ਦੇਖੋ ਸੋਲਵ ਕਰੋ ਕੀ ਆ ਜੂਗਾ, 20 ਚੋਂ ਮਾਈਨਸ 70 ਕੱਢਾਂਗੇ, ਜੇ ਨਾ ਆਜੂ ਮਾਈਨਸ 50 ਆ ਜੂਗਾ ਬਰਾਬਰ ਹੈ ਇੱਧਰ ਮਾਈਨਸ ਦਾ SP ਐਂ ਰਹਿ ਗਿਆ, ਵੇਚ ਮੁੱਲ ਮਾਈਨਸ ਦਾ ਐਂ ਰਹਿ ਗਿਆ। ਤਾਂ ਆਹ ਮਾਈਨਸ ਨਾਲ ਮਾਈਨਸ ਕੱਟਿਆ ਜਾਊ, ਤਾਂ ਆਪਣਾ SP ਕਿੰਨਾ ਆਜੂ, ਵੇਚ ਮੁੱਲ ਕਿੰਨਾ ਆਜੂ, 50 ਆ ਜੂਗਾ, ਠੀਕ ਆ ਜੀ। ਆਨਸਰ ਰਾਈਟ ਆ ਜਾਂ ਰੌਂਗ ਪਤਾ ਕਰਨ ਕੀ ਵੀ ਆ। ਖਰੀਦ ਕੇ ਵੀ ਮੈਂ 70 ਦੀ ਲਿਆਇਆ, ਵੇਚੀ ਜਾਂਦਾ ਗਾ ਮੈਂ ਉਹਨੂੰ 50 ਦੀ, ਤਾਂ 20 ਦੀ ਹਾਨੀ ਹੋ ਗਈ। ਬਿਲਕੁਲ ਰਾਈਟ ਆਨਸਰ ਆ, ਠੀਕ ਆ ਜੀ। ਇਸ ਤਰ੍ਹਾਂ ਪਤਾ ਕਰਨਾ, ਤੁਹਾਨੂੰ ਪਹਿਲੀ ਦੱਸ ਕੇ ਹਟਿਆ ਉਹ ਜੜ ਆ, ਠੀਕ ਆ ਜੀ। ਸਾਰੀ ਲਾਭ ਹਾਨੀ ਦੀ ਕੀ ਹੁੰਦੀ ਹਿਸਾਬ ਨਾਲ ਸਮਝ ਲਓ, ਚਾਹੇ ਵੀਡੀਓ ਨੂੰ ਬੈਕ ਕਰਕੇ, ਠੀਕ ਆ ਜੀ। ਇੱਕ ਪ੍ਰਸ਼ਨ ਹੋਰ ਪਾਉਣਾ, ਉਹ ਕੱਢੋ ਮਿੰਟ 'ਚ ਹੀ ਕੱਢੋ। ਆਪਾਂ ਨੂੰ ਵੀ ਖਰੀਦ ਮੁੱਲ ਦਿੱਤਾ ਹੋਇਆ ਗਾ 100, CP 100 ਦਿੱਤਾ ਹੋਇਆ, SP ਵੇਚ ਮੁੱਲ ਦਿੱਤਾ ਹੋਇਆ 120। ਅਤੇ ਬਈ ਪ੍ਰੋਫਿਟ ਪਤਾ ਕਰਨਾ ਆਪਾਂ ਪਰਸੈਂਟੇਜ ਵਿੱਚ, ਪ੍ਰੋਫਿਟ ਪ੍ਰਤੀਸ਼ਤ ਪਤਾ ਕਰੋ। ਜੇ ਇਕੱਲਾ ਪ੍ਰੋਫਿਟ ਪਤਾ ਕਰਨਾ, ਤੁਹਾਨੂੰ ਦੱਸਿਆ ਪ੍ਰੋਫਿਟ ਕਿਹਦੇ ਬਰਾਬਰ ਹੁੰਦਾ, ਪ੍ਰੋਫਿਟ ਉਹਦੀ ਹੁੰਦਾ ਆਪਾਂ ਨੂੰ ਘੱਟ ਦੀ ਲਿਆ ਕੇ ਵੱਧ 'ਚ ਵੇਚੀ ਕਿਹਦੇ ਬਰਾਬਰ ਹੁੰਦਾ, SP ਮਾਈਨਸ CP ਹੁੰਦਾ। ਇਹ ਕਹਿੰਦੇ ਪ੍ਰਤੀਸ਼ਤ ਵਿੱਚ ਪਤਾ ਕਰੋ। ਪਹਿਲਾਂ ਤਾਂ ਜਦ ਆਪਾਂ ਸਿੰਪਲ ਹੀ ਕੱਢਾਂਗੇ ਵੀ ਪ੍ਰੋਫਿਟ ਹੋ ਕਿੰਨਾ ਰਿਹਾ, ਬਈ 100 ਦੀ ਖਰੀਦ ਕੇ ਲਿਆਇਆ, ਇਹਨਾਂ ਨੇ ਆਪ ਹੀ ਦੱਸਤਾ ਵੀ ਪ੍ਰੋਫਿਟ ਤਾਂ ਹੋ ਰਿਹਾ, ਆਪਾਂ ਨੂੰ ਪਤਾ ਦੇਖਣ 'ਚ ਵੀ ਪਤਾ ਲੱਗਦਾ। 100 ਦੀ ਖਰੀਦੀ, 120 ਦੀ ਵੇਚਤੀ, ਠੀਕ ਆ ਜੀ। ਤਾਂ 20 ਦਾ ਕੀ ਹੋ ਜੂ, ਲਾਭ ਹੋ ਜੂ, ਸਿੱਧੀ ਆਪਾਂ ਲਿਖ ਦੇਣਾ। ਔਰ ਮੈਂ ਪ੍ਰੋਫਿਟ ਕਿੰਨਾ ਆ ਜੂ, ਆਪਾਂ ਨੂੰ 20 ਦਾ ਹੀ ਹੋ ਜੂ। 100 ਦੀ ਖਰੀਦੀ, 120 ਦੀ ਵੇਚਤੀ, ਤਾਂ 20 ਦਾ ਲਾਭ ਹੋ ਜੂ। ਪ੍ਰਤੀਸ਼ਤ ਵਿੱਚ ਕਿਵੇਂ ਪਤਾ ਕਰਨਾ, ਉਹ ਵੀ ਮੈਂ ਤੁਹਾਨੂੰ ਦੱਸ ਚੁੱਕਿਆ। ਕੁਛ ਨਹੀਂ ਹੁੰਦਾ, ਕੀ ਕਰਨਾ ਹੁੰਦਾ, ਜਿੰਨਾ ਲਾਭ ਹੋ ਰਿਹਾ ਉਹਨੂੰ ਉੱਪਰ ਲਿਖ ਦਈਦਾ ਹੁੰਦਾ। ਜਿੰਨਾ ਖਰੀਦ ਮੁੱਲ ਕਿੰਨਾ ਉਹਨੂੰ 100 ਉਹਨੂੰ ਨੀਚੇ ਲਿਖ ਲਈਦਾ, ਅਤੇ ਗੁਣਾ ਕੀ ਕਰਦੇ ਨੇ 100 ਨਾਲ ਕਰ ਦਈਦਾ। ਸੋਲਵ ਕਰ ਲਓ ਉਹਨੂੰ, ਆਹ 100 ਨਾਲ 100 ਕੱਟਿਆ ਜਾਊ ਬਰਾਬਰ ਹੈ ਕਿੰਨੇ % ਲਾਭ ਹੋ ਰਿਹਾ ਆਪਾਂ ਨੂੰ, 20% ਦਾ ਲਾਭ ਹੋ ਰਿਹਾ। ਆਨਸਰ ਆ ਜੂ ਬਸ, ਠੀਕ ਆ ਜੀ। ਇੰਨੇ ਆਸਾਨ ਤਰੀਕੇ ਨਾਲ ਤੁਹਾਨੂੰ ਪ੍ਰਸ਼ਨ ਸਮਝਾ ਰਿਹਾ ਮੈਂ, ਧਿਆਨ ਨਾਲ ਸਮਝ ਲਿਓ, ਠੀਕ ਆ ਜੀ। ਹੁਣ ਇੱਕ ਅਗਲਾ ਪ੍ਰਸ਼ਨ ਪਾਉਣਾ, ਉਹ ਬਹੁਤ ਜ਼ਰੂਰੀ ਆ, ਉਹਨੂੰ ਧਿਆਨ ਨਾਲ ਸਮਝੋ ਸਾਰਿਆਂ ਨੂੰ। ਹਾਂਜੀ ਆਪਾਂ ਨੂੰ ਵੇਚ ਮੁੱਲ ਦਿੱਤਾ ਹੋਇਆ ਜੀ, ਵੇਚ ਮੁੱਲ SP ਬਰਾਬਰ ਦਿੱਤਾ ਹੋਇਆ ਆਪਾਂ ਨੂੰ 100 ਦਿੱਤਾ ਹੋਇਆ, ਅਤੇ ਇੱਥੇ ਆਪਾਂ ਨੂੰ ਲੋਸ ਦਿੱਤਾ, ਹਾਨੀ ਹੋ ਰਹੀ ਹੈ, ਕਹਿੰਦੇ ਉਹਨੂੰ ਹਾਨੀ ਹੋ ਰਹੀ ਹੈ 20% ਦੀ ਹਾਨੀ ਹੋ ਗਈ। ਅਤੇ ਆਪਾਂ ਨੂੰ ਵੀ ਕਹਿੰਦੇ CP ਪਤਾ ਕਰੋ, CP ਪਤਾ ਕਰਨਾ, ਖਰੀਦ ਮੁੱਲ ਪਤਾ ਕਰਨਾ। ਵੇਚ ਮੁੱਲ ਦਿੱਤਾ ਹੋਇਆ 100, ਹਾਨੀ ਹੋ ਰਹੀ ਹੈ 20% ਦੀ, ਲੋਸ ਹੋ ਰਿਹਾ 20% ਦਾ, ਅਤੇ ਖਰੀਦ ਮੁੱਲ ਕਹਿੰਦੇ ਪਤਾ ਕਰੋ। ਬਈ ਹੁਣ ਤੁਸੀਂ ਕਹੋਗੇ ਇਹ ਕਿਹੋ ਜਿਹਾ ਪ੍ਰਸ਼ਨ ਆ ਗਿਆ, ਤਾਂ ਪ੍ਰਤੀਸ਼ਤ ਵਿੱਚ ਦੇਤਾ, ਇਹ ਕਿਵੇਂ ਆ ਗਿਆ ਇਹੋ ਜਿਹਾ। ਕੀ ਜਦੋਂ ਵੀ ਇਹੋ ਜਿਹਾ ਪ੍ਰਸ਼ਨ ਆ ਜਾਏ ਬਈ, ਇੱਕ ਫਾਰਮੂਲਾ ਦੱਸਦਾ, ਤਾਂ ਇਹ ਕਾਪੀ 'ਤੇ ਲਿਖ ਲਓ, ਬਹੁਤ ਇੰਪੋਰਟੈਂਟ ਫਾਰਮੂਲਾ, ਠੀਕ ਆ ਜੀ। ਕੀ ਆ ਫਾਰਮੂਲਾ, SP ਬਰਾਬਰ CP। ਜੇ ਹਾਨੀ ਹੋ ਰਹੀ ਆ ਤਾਂ 100 ਚੋਂ ਹਾਨੀ ਘਟਾ ਦੇਣਾ, ਜਿੰਨੀ ਹੋ ਰਹੀ ਹੈ ਬਟੇ 100 ਕਰ ਦੇਣਾ, ਠੀਕ ਆ ਜੀ। ਜੇ ਲਾਭ ਹੋ ਰਿਹਾ ਤਾਂ ਬਸ ਉਰੇ ਪਲੱਸ ਹੁੰਦਾ ਤਾਂ 100 'ਚ ਪਲੱਸ ਹੋ ਜੂਗਾ, ਜੇ ਹਾਨੀ ਹੋ ਰਹੀ ਹੈ ਤਾਂ ਮਾਈਨਸ ਹੋ ਜੂਗਾ, ਬਸ ਕੁਛ ਨਹੀਂ, ਠੀਕ ਆ ਜੀ।
ਬਸ ਰਕਮਾਂ ਭਰ ਦਿਓ, CP ਪਤਾ ਕਰਨਾ। ਅਤੇ ਇੱਕ ਗੱਲ ਹੋਰ, ਜਿੰਨੇ ਵੀ ਤੁਹਾਨੂੰ ਪ੍ਰਸ਼ਨ ਆਉਣਗੇ, ਆਹ ਪਤਾ ਕਰੋ, ਲਾਭ ਪਤਾ ਕਰੋ, ਕਹਾਣੀ ਹੋ ਰਹੀ ਪਤਾ ਕਰੋ, ਸਭ ਤੋਂ ਪਹਿਲਾਂ ਕੀ ਪਤਾ ਕਰੀਦਾ ਹੁੰਦਾ? CP ਪਤਾ ਕਰੀਦਾ ਹੁੰਦਾ, ਖਰੀਦ ਮੁੱਲ ਪਤਾ ਕਰੀਦਾ। ਖਰੀਦ ਮੁੱਲ ਬਿਨਾਂ ਕਦੇ ਵੀ ਕੁਛ ਨਹੀਂ ਨਿਕਲ ਸਕਦਾ ਲਾਭ ਹਾਨੀ ਵਿੱਚ, ਠੀਕ ਆ ਜੀ। ਖਰੀਦ ਮੁੱਲ ਸਭ ਤੋਂ ਵੱਧ ਇੰਪੋਰਟੈਂਟ ਆ। CP ਕੋਸਟ ਪ੍ਰਾਈਸ ਸਭ ਤੋਂ ਵੱਧ ਇੰਪੋਰਟੈਂਟ ਆ। ਤਾਂ ਆਹ ਫਾਰਮੂਲਾ ਨੋਟ ਕਰ ਲਓ ਕਾਪੀ 'ਤੇ, ਠੀਕ ਆ ਜੀ। ਜੇ ਫਾਰਮੂਲਾ ਲੋਸ ਹੋ ਰਿਹਾ ਤਾਂ ਆਪਾਂ ਫਾਰਮੂਲੇ ਵਿੱਚ ਮਾਈਨਸ ਕਰ ਦਿੰਦੇ ਹਾਂ, ਜੇ ਪ੍ਰੋਫਿਟ ਹੋ ਰਿਹਾ ਤਾਂ ਪਲੱਸ ਕਰ ਦਿੰਦੇ ਹਾਂ, ਬਸ ਇੰਨੀ ਫਾਰਮੂਲਾ, ਠੀਕ ਆ ਜੀ। ਤਾਂ ਆਪਾਂ ਕੀ ਪਤਾ ਕਰਨਾ? ਕਹਿੰਦੇ 20 ਦਾ ਲੋਸ ਹੋ ਰਿਹਾ, 20% ਦਾ ਆਪਾਂ ਖਰੀਦ ਮੁੱਲ ਪਤਾ ਕਰਨਾ। ਤਾਂ ਆਪਾਂ ਨੂੰ ਜਿਹੜਾ ਪਹਿਲਾਂ ਕੁਝ ਦਿੱਤਾ ਹੋਇਆ ਭਰ ਦਿਓ। ਹਾਂਜੀ, ਆਪਾਂ ਨੂੰ ਵੇਚ ਮੁੱਲ ਕਹਿੰਦਾ ਹੋਇਆ 100, ਤਾਂ ਮੈਂ 100 ਦਾ 100 ਭਰ ਦਿੰਦਾ, ਠੀਕ ਹੈ ਜੀ। ਬਸ ਵੇਚ ਮੁੱਲ ਰਕਮ ਹੀ ਭਰ ਰਿਹਾ ਮੈਂ ਉਰੇ। ਖਰੀਦ ਮੁੱਲ ਪਤਾ ਕਰਨਾ ਆਪਾਂ, CP ਦਾ ਫਿਰ ਮੈਂ CP ਲਿਖਤਾ ਉਰੇ, ਠੀਕ ਹੈ ਜੀ। CP ਦਾ CP ਲਿਖਤਾ। ਤਾਂ ਇੱਧਰ ਆਪਾਂ ਸੋਲਵ ਕਰੋ। 100 ਚੋਂ ਆਪਾਂ ਨੂੰ ਹਾਨੀ ਕਿੰਨੀ ਦੀ ਹੋ ਰਹੀ ਹੈਗੀ? 20 ਦੀ ਹੋ ਰਹੀ ਹੈਗੀ, ਅਤੇ ਬਟੇ 100। ਹੁਣ ਬਹੁਤੇ ਬੱਚੇ ਕਹਿਣਗੇ 20% ਦੀ ਹੋ ਰਹੀ ਹੈ, ਉਹਦੇ percent ਕਿਉਂ ਨਹੀਂ ਲਾਇਆ, ਇਕੱਲਾ 20 ਲਾਤਾ। ਇਹ ਵੀ ਪਰਸੈਂਟ ਜਿਹੜਾ ਫਾਰਮੂਲਾ ਨਾ, ਇਹ percent ਕੱਟਣ ਨੂੰ ਬਣਾਇਆ। ਊਂ ਤਾਂ ਆਪਾਂ ਵੀ ਕੱਢ ਲੈਂਦੇ। ਕਿਵੇਂ ਲਾਭ ਆਪਾਂ ਨੂੰ ਪਤਾ ਲੋਸ ਕਦੋਂ ਆਉਂਦਾ ਉਹਦੀ ਹੁੰਦਾ ਜਦੋਂ ਆਪਾਂ ਕੀ ਕਹਿੰਦਾ ਵੱਧ ਦੀ ਲਿਆ ਕੇ ਘੱਟ 'ਚ ਵੇਚਦੇ ਹੁੰਦੇ ਹਾਂ, ਤਾਂ ਲੋਸ ਹਮੇਸ਼ਾ ਕਿਹਦੇ ਬਰਾਬਰ ਹੁੰਦਾ? CP ਮਾਈਨਸ SP। ਤਾਂ ਊਂ ਵੀ ਕੱਢ ਲੈਂਦੇ ਜੇ ਪ੍ਰਤੀਸ਼ਤ ਵੀ ਦਿੱਤਾ ਹੋਇਆ। ਜੀ ਪ੍ਰਤੀਸ਼ਤ ਆਪਾਂ ਖਤਮ ਕਰ ਲਈਏ, ਥੱਲੇ 100 ਲਾਉਂਦੇ ਹੁੰਦੇ ਆ, ਠੀਕ ਆ ਜੀ। ਆਹ ਥੱਲੇ 100 ਲਾਉਂਦੇ ਹੁੰਦੇ ਆ, ਆਹ 100। ਬਸ ਇਹ ਤੁਸੀਂ ਨੋਟ ਕਰ ਲਓ। ਤਾਂ ਕਰਕੇ ਆਪਾਂ 20 ਸਿੱਧੇ ਹੀ ਲਾਵਾਂਗੇ। ਤਾਂ 20 ਦੀ ਹਾਨੀ ਹੋ ਰਹੀ, ਆਪਾਂ 20 ਲਾਤਾ, ਤਾਂ ਥੱਲੇ ਕੀ 100 ਲਾਤਾ, ਬਸ ਠੀਕ ਆ ਜੀ। ਇਹਨੂੰ ਸੋਲਵ ਕਰ ਲਓ। ਤਾਂ ਆਪਣਾ ਕੀ ਸੀਗਾ ਉਹ, ਕਿੰਨਾ ਸੀ ਵੇਚ ਮੁੱਲ, ਕਿੰਨਾ ਸੀ 100, ਇਹਨੂੰ ਮੈਂ ਇਹ ਲਿਖ ਲਾਂ 100 ਨੂੰ। ਤਾਂ ਖਰੀਦ ਮੁੱਲ ਆਪਾਂ ਪਤਾ ਕਰਨਾ CP। ਤਾਂ ਇਹ 100 ਚੋਂ 20 ਘਟਾ ਦਿਓ, ਇੱਧਰ 80 ਰਹਿ ਗਏ, ਤਾਂ ਥੱਲੇ 100 ਤਾਂ 100 ਐਂ ਰੱਖ ਲਿਖਤਾ, ਠੀਕ ਆ ਜੀ। ਇਹਨੂੰ ਸੋਲਵ ਕਰ ਲਓ ਹੁਣ। ਤਾਂ 1 0 ਨੂੰ ਤਾਂ 1 0 ਕੱਟੀ ਗਈ, ਅਤੇ ਹੋਰ ਕੱਟਿਆ ਜਾਊਗਾ ਇਹ, ਹਾਂ 2 'ਤੇ ਕੱਟਿਆ ਜਾਊ। ਆਹ ਥੱਲੇ 5 ਆ ਗਿਆ, 5 ਦੂਣੀ 10 ਹੁੰਦਾ, ਉੱਪਰ 4 ਆ ਗਿਆ, 4 ਦੂਣੀ 8 ਹੁੰਦਾ, ਠੀਕ ਆ ਜੀ। ਤਾਂ ਹੋਰ ਤਾਂ ਕੱਟੇ ਨਹੀਂ ਜਾਂਦੇ, 4/5 ਆ ਗਿਆ। ਤਾਂ 5 ਨੂੰ ਆਪਾਂ ਇੱਧਰ ਲੈ ਜਾਵਾਂਗੇ ਬਰਾਬਰ ਤੋਂ, ਅਤੇ 4 ਨੂੰ ਥੱਲੇ ਆ ਜੂ, ਜਿੱਧਰ ਲੈ ਕੇ ਜਾਵਾਂਗੇ ਕੀ ਆ ਜੂਗਾ? 100 ਗੁਣਾ 5 ਬਣ ਜੂ, ਇੱਧਰ ਉੱਪਰ ਵਗ ਜੂ 5। ਆ 4 ਆ ਜਿਹੜਾ ਉੱਪਰ ਬਚਿਆ ਥੱਲੇ, ਆਹ 4 ਇਹ ਥੱਲੇ ਆ ਜੂਗਾ, ਬਰਾਬਰ ਕਿਹਦੇ ਰਹਿ ਜੂਗਾ? CP ਦੇ ਖਰੀਦ ਮੁੱਲ ਦੇ। ਇਹਨੂੰ ਸੋਲਵ ਕਰ ਲਓ। ਹਾਂਜੀ, ਇਹਨੂੰ ਸੋਲਵ ਕਰਾਂਗੇ ਕਿੰਨਾ ਆਊਗਾ? 2 'ਤੇ ਵੰਡ ਦਿਓ, 4 ਆ ਗਏ ਅਤੇ 50, ਅਤੇ 2 ਨਾਲ ਹੋਰ ਵੰਡਾ ਕੇ 25, ਤਾਂ ਥੱਲੇ ਸਾਰਾ ਖਤਮ, ਠੀਕ ਆ ਜੀ। ਠੀਕ ਆ, 25 ਨੂੰ 5 ਨਾਲ ਗੁਣਾ ਕਰ ਦਿਓ, ਕਿੰਨਾ ਹੁੰਦਾ? 125। ਤਾਂ ਆਪਣਾ CP ਕਿੰਨਾ ਆ ਗਿਆ? 125 ਆਂਸਰ ਆ ਜੂ, 125 ਆਂਸਰ ਆ ਜੂ, ਠੀਕ ਆ ਜੀ। ਪਤਾ ਕਰਨਾ ਰਾਈਟ ਹੈ ਜਾਂ ਰੌਂਗ ਆ। ਖਰੀਦ ਕੇ ਵੀ ਮੈਂ ਲਿਆਵਾਂਗਾ ਕਿੰਨੇ ਦੀ? 125 ਦੀ। ਵੇਚੀ ਜਾਂਦਾ ਮੈਂ 100 ਦੀ, ਤਾਂ ਮੈਨੂੰ ਲੋਸ ਹੀ ਹੋਊਗਾ, 20% ਦਾ ਲੋਸ ਹੋ ਰਿਹਾ। ਬਸ ਇੰਨੀ ਆ ਫਾਰਮੂਲਾ, ਸਭ ਤੋਂ ਵੱਧ ਇੰਪੋਰਟੈਂਟ ਆ ਲਾਭ ਹਾਨੀ ਦੇ ਪ੍ਰੇਸ਼ਨਾਂ 'ਚ, ਠੀਕ ਆ ਜੀ। ਸੌਖੇ ਤਰੀਕੇ ਨਾਲ ਕੱਢਣੇ ਜੇ ਤਾਂ, ਇਹ ਗੱਲ ਨੋਟ ਕਰ ਲਓ ਤੁਸੀਂ, ਠੀਕ ਆ ਜੀ। ਤਾਂ ਜੀ ਹੁਣ ਦੇਖੋ, ਹੁਣ ਆਪਾਂ ਕਰ ਦਿਆਂਗੇ ਇੰਪੋਰਟੈਂਟ ਪ੍ਰਸ਼ਨ, ਕਰਦੇ ਹਾਂ ਸਿੱਧੇ। ਬਸ ਤੁਹਾਨੂੰ ਆ ਫਾਰਮੂਲਾ ਪਤਾ ਚੱਲ ਗਿਆ। ਹੁਣ ਤੁਸੀਂ ਆਪ ਕੱਢਿਓ ਸਾਰੇ ਪ੍ਰਸ਼ਨ, ਬਸ ਤੁਹਾਨੂੰ ਮੈਂ ਮਾੜਾ ਸਮਝਾ ਦਿਆ ਕਰੂੰ, ਆਪ ਕੱਢੋ ਸਾਰੇ। ਹਾਂਜੀ ਦੇਖੋ ਜੀ, ਪਹਿਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਕਹਿੰਦੇ 240 ਰੁਪਏ ਵਿੱਚ ਇੱਕ ਵਸਤੂ ਨੂੰ ਵੇਚਣ 'ਤੇ ਇੱਕ ਵਿਅਕਤੀ ਨੂੰ 10% ਦੀ ਹਾਨੀ ਹੁੰਦੀ ਹੈ। 20% ਲਾਭ ਕਮਾਉਣ ਲਈ ਉਹ ਵਸਤੂ ਉਸ ਨੂੰ ਕਿਸ ਕੀਮਤ 'ਤੇ ਵੇਚਣੀ ਪਵੇਗੀ? ਵੀ ਇਹੋ ਜਿਹੇ ਪ੍ਰਸ਼ਨ ਦੇਖ ਕੇ ਬਹੁਤੇ ਬੱਚੇ ਤਾਂ ਛੱਡ ਹੀ ਆਉਂਦੇ ਆ, ਠੀਕ ਆ। ਪਹਿਲੀ ਗੱਲ, ਇਹੋ ਜਿਹੇ ਪ੍ਰਸ਼ਨ ਨੂੰ ਛੱਡਣਾ ਨਹੀਂ, ਪਰ ਇਹੋ ਜਿਹੇ ਪ੍ਰਸ਼ਨ ਨੂੰ ਆਸਾਨ ਬਣਾਉਣ ਲਈ ਉਹਨਾਂ ਨੂੰ ਤਾਰ ਲਿਆ ਕਰੋ। ਦੇਖੋ 240 ਰੁਪਏ ਵਿੱਚ ਇੱਕ ਵਸਤੂ ਨੂੰ ਵੇਚਣ ਦੇ, ਇੱਕ ਵੇਚ ਮੁੱਲ ਕਿੰਨਾ ਹੋ ਗਿਆ? ਵੇਚਣ ਦੇ, ਠੀਕ, ਕਿੰਨਾ ਆ ਗਿਆ? SP ਕਿੰਨਾ ਆ ਗਿਆ ਆਪਣਾ? ਸੈਲਿੰਗ ਪ੍ਰਾਈਜ਼ 240 ਆ ਗਿਆ, 240 ਆ ਗਿਆ। ਹਾਨੀ ਹੋ ਰਹੀ ਆ, ਲੋਸ ਕਿੰਨਾ ਦਾ ਹੋ ਰਿਹਾ? 10% ਦਾ ਹੋ ਰਿਹਾ, ਠੀਕ ਆ ਜੀ। ਆ ਦਿੱਤਾ ਹੀ ਹੋਇਆ ਤਾਂ ਮੈਂ ਦਿੱਤਾ ਹੋਇਆ ਤਾਰ ਲਿਆ। ਕਹਿੰਦੇ 20% ਲਾਭ ਕਮਾਉਣ ਲਈ ਜੇ ਭਾਈ ਹੁਣ ਆਪਾਂ ਨੂੰ ਪਤਾ ਹੀ 20% ਲਾਭ ਕਮਾਉਣ ਲਈ, ਠੀਕ ਆ। ਜੇ ਵੀ ਇਹੋ ਜਿਹੀ ਚੀਜ਼ਾਂ ਪੁੱਛ ਲੈਣ 20% ਲਾਭ ਕਮਾਉਣ ਲਈ ਜਾਂ ਕਿੰਨਾ ਕਮਾਉਣਾ ਚਾਹੁੰਦਾ ਸੀ, ਤਾਂ ਕੀ ਕੱਢਣਾ ਪਊ? ਪਹਿਲਾਂ CP ਕੱਢਣਾ ਪਊ, ਖਰੀਦ ਮੁੱਲ ਕੱਢਣਾ ਪਊ, ਸਭ ਤੋਂ ਇੰਪੋਰਟੈਂਟ ਆ। ਕਿਵੇਂ ਕੱਢਣਾ? ਉਹੀ ਫਾਰਮੂਲਾ ਲਾ ਕੇ ਤੁਹਾਨੂੰ ਹੁਣ ਕਰਾ ਕੇ ਹਟਿਆ। ਕੀ ਆ ਫਾਰਮੂਲਾ? SP ਬਰਾਬਰ ਹੈ CP। ਜੇ ਆਪਾਂ ਨੂੰ ਲੋਸ ਹੋ ਰਿਹਾ ਹੈਗਾ ਤਾਂ ਕੀ ਕਰਦੇ ਨੇ ਆਪਾਂ? 100 ਚੋਂ ਘਟਾਉਣੇ ਹੁੰਦੇ ਆ, ਮਾਈਨਸ ਲੋਸ ਬਟੇ 100, ਆਹੀ ਫਾਰਮੂਲਾ, ਠੀਕ ਆ ਜੀ। ਵੈਸੇ ਭਰ ਦਿਓ, ਪਰ ਆਪਾਂ ਨੂੰ CP ਪਤਾ ਕਰਨਾ, CP ਪਤਾ ਕਰ ਲਾਂਗੇ। SP ਆਪਾਂ ਨੂੰ 240 ਦਿੱਤਾ ਹੋਇਆ, ਮੈਂ SP 240 ਭਰਤਾ, ਬਰਾਬਰ ਹੈ ਖਰੀਦ ਮੁੱਲ ਆਪਾਂ ਪਤਾ ਕਰਨਾ। ਖਰੀਦ ਮੁੱਲ ਦਾ ਐਂ ਰੱਖਤਾ ਮੈਂ। ਤਾਂ 100 ਚੋਂ ਕਿੰਨਾ ਲੋਸ ਕਿੰਨਾ ਹੋ ਰਿਹਾ ਆਪਾਂ ਨੂੰ? 10 ਦੀ ਹੋ ਰਹੀ ਹੈ ਨਹੀਂ, ਤਾਂ ਫਿਰ ਮੈਂ 10 ਲਿਖਤਾ, ਤਾਂ ਬਟੇ 100 ਲਾਤਾ, ਠੀਕ ਆ ਜੀ। ਵੀ 240 ਬਰਾਬਰ ਹੈ CP, ਖਰੀਦ ਮੁੱਲ ਐਂ ਰੱਖ ਲਿਆ। ਇਹਨੂੰ ਸੋਲਵ ਕਰਾਂਗੇ, 100 ਚੋਂ 10 ਕੱਢੇ ਕਿੰਨਾ? 90/100, ਆਹੀ ਆ ਹੈ ਨਾ ਜੀ। 90/100, ਆਹ 0 ਨਾਲ 0 ਕੱਟੀ ਗਈ, 90 ਕਿੰਨਾ ਬਚ ਗਿਆ? 9/10 ਕੱਟ ਗਿਆ। ਹੋਰ ਤਾਂ ਕੱਟਿਆ ਨਹੀਂ ਜਾ ਰਿਹਾ। 10 ਨੂੰ ਆਪਾਂ ਇੱਧਰ ਉੱਪਰ ਲੈ ਜਾਵਾਂਗੇ, 9 ਨੂੰ ਥੱਲੇ ਲੈ ਜਾਵਾਂਗੇ। 10 ਨੂੰ ਉੱਪਰ ਲੈ ਜਾਓ, ਹਾਂਜੀ, ਕਿੰਨਾ ਬਣ ਜੂ? ਕਿੰਨਾ ਜੇ 10 ਨੂੰ ਉੱਪਰ ਲੈ ਕੇ ਆਵਾਂਗੇ, 240 ਨਾਲ ਗੁਣਾ ਕਰ ਹੋ ਜੂਗੀ। 240 ਨਾਲ 10 ਦੀ ਗੁਣਾ ਕਰੇ 2400 ਹੀ ਹੁੰਦਾ, 2400। ਆ ਥੱਲੇ 9 ਦਾ 9 ਰਹਿ ਜੂਗਾ,
ਠੀਕ ਆ ਜੀ। ਆ CP ਇਹ ਹੋਰ ਤਾਂ ਕੱਟਿਆ ਨਹੀਂ ਜਾ ਰਿਹਾ, ਠੀਕ ਆ ਜੀ। ਜੇ ਕੱਟਿਆ ਨਾ ਜਾਵੇ ਬਾਹਲਾ ਇਹਨੂੰ ਇੱਥੇ ਹੀ ਛੱਡ ਦਿਓ, ਹਜੇ ਆਪਾਂ ਪ੍ਰਸ਼ਨ ਕੱਢਣਾ ਹੈਗਾ ਹੋਰ, ਤਾਂ ਅੱਗੇ ਜਾ ਕੇ ਕੰਮ ਆ ਜਾਊਗਾ ਆਪਣੇ, ਠੀਕ ਹੈ ਜੀ। ਅੱਗੇ ਜਾ ਕੇ ਕੰਮ ਆ ਜਾਊਗਾ ਆਪਣੇ। ਇੱਥੇ ਤੱਕ ਸਮਝ ਆ ਗਿਆ। ਹੁਣ ਆਪਣਾ CP ਨਿਕਲ ਗਿਆ, ਕਿੰਨਾ ਆ ਗਿਆ 2400/9। ਹੁਣ ਕੁਝ ਮਰਜ਼ੀ ਕੱਢੀ ਜਾਓ, ਹੁਣ ਕੁਝ ਮਰਜ਼ੀ ਕੱਢੀ ਜਾਓ। ਅੱਗੇ ਕਹਿੰਦੇ 20% ਲਾਭ ਕੌਣ ਦੀ ਵਸਤੂ ਕਿਸ ਕੀਮਤ ਦੇ ਵੇਚਣੀ ਪਵੇਗੀ, ਕੁਛ ਨਹੀਂ, ਉਹੀ ਫਾਰਮੂਲਾ ਫੇਰ ਲਾ ਦੇਣਾ ਇੱਥੇ, ਫੇਰ ਲਿਖ ਦੇਣਾ ਭਾਈ ਫਾਰਮੂਲਾ ਮੈਂ ਤਾਂ SP ਬਰਾਬਰ CP। ਹੁਣ ਕੀ ਕਹਿੰਦੇ ਵੀ ਲਾਭ ਕਮਾਉਣ ਲਈ, ਜੇ ਲਾਭ ਕਮਾਉਣਾ ਹੁੰਦਾ ਤਾਂ ਆਪਾਂ ਕੀ ਕਰਦੇ ਨੇ 100 'ਚ P ਪ੍ਰੋਫਿਟ ਪਲੱਸ ਹੀ ਕਰਦੇ ਹੁੰਦੇ ਆ, ਥੱਲੇ 100 ਦਾ 100 ਆਈ ਲਿਖ ਦੇਣੇ ਹੁੰਦੇ ਆ। ਉਰੇ ਆ P ਆ ਗਈ, ਠੀਕ ਹੈ ਜੀ। ਜੇ ਹਾਨੀ ਕਰਨੀ ਹੁੰਦੀ 100 'ਚੋਂ ਮਾਈਨਸ ਕਰਦੇ ਹੁੰਦੇ ਆ, ਜੇ ਪ੍ਰੋਫਿਟ ਕਮਾਉਣਾ ਹੁੰਦਾ ਤਾਂ ਪਲੱਸ ਕਰਦੇ ਹੁੰਦੇ ਆ। ਤਾਂ ਬਈ ਦੇਖੋ ਕੀ ਆਪਾਂ ਕੀ ਕਹਿੰਦੇ ਕਿਸ ਕੀਮਤ ਦੇ ਵੇਚਣੀ ਪਵੇਗੀ, ਆਪਾਂ ਫਿਰ ਵੇਚ ਮੁੱਲ ਪਤਾ ਕਰਨਾ, ਸੈਲਿੰਗ ਪ੍ਰਾਈਸ ਇਹਨੂੰ ਮੈਂ ਹੀ ਰੱਖ ਲਿਆ ਤੇ ਇੱਥੇ ਖਰੀਦ ਮੁੱਲ ਪਤਾ ਆਪਾਂ ਨੂੰ ਐਤਕੀ। ਹੁਣ ਕੁਛ ਮਰਜ਼ੀ ਕੱਢੀ ਜਾਓ। 24 ਕਿੰਨਾ ਹੈਗਾ 2400/9 ਆਗਾ, 2400/9 ਆ ਤਾਂ 100 ਪ੍ਰੋਫਿਟ ਕਹਿੰਦੇ ਕਿੰਨੇ ਦਾ ਕਮਾਉਣਾ ਉਹਨੇ, ਕਿੰਨੇ 20% ਦਾ, ਤਾਂ 20 ਤਾਂ ਮੈਂ 20 ਲਿਖਦਾ ਉਰੇ ਪ੍ਰੋਫਿਟ, ਠੀਕ ਹੈ ਜੀ। ਪਲੱਸ ਕਰਤਾ ਅਤੇ ਥੱਲੇ ਮੈਂ 100 ਦਾ 100 ਹੀ ਲਿਖ ਲਿਆ, ਠੀਕ ਆ ਜੀ। ਤਾਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹਨੂੰ ਜੇ ਨਾ ਕੱਟਿਆ ਜਾਵੇ ਇਹੀ ਰੱਖ ਲਓ। ਹੁਣ ਦੇਖੀ ਆਪਾਂ ਨੂੰ ਕਿੰਨੀ ਆਸਾਨੀ ਹੋ ਗਈ ਉਹ ਕਰਨ ਵਿੱਚ, ਆਪਰੇਸ਼ਨ ਕਰਨ ਵਿੱਚ ਬਹੁਤ ਆਸਾਨੀ ਹੋ ਗਈ, ਠੀਕ ਆ ਜੀ। ਤਾਂ ਮੈਂ SP ਨੂੰ ਇਹੀ ਲਿਖ ਲਿਆ, SP ਨੂੰ ਇਹੀ ਲਿਖ ਲਿਆ। ਤਾਂ ਵੀ ਦੇਖੋ ਇਹਨੂੰ ਸੋਲਵ ਕਰੋ। ਆ 2400/9 ਤਾਂ ਆਪਣਾ ਇਹੀ ਆ ਗਿਆ, 2400/9 ਤਾਂ ਥੱਲੇ ਇਹੀ ਆ ਗਿਆ। ਆ 100 ਵਿੱਚ 120 ਬਣ ਜੂ, 20 ਜੋੜਾਂਗੇ ਜਦੋਂ, ਥੱਲੇ 100 ਦਾ 100 ਐਂ ਰਹਿ ਜੂ, ਠੀਕ ਆ ਜੀ। ਇਹਨੂੰ ਹੁਣ ਸੋਲਵ ਕਰੋ। ਥੱਲੇ ਆਹ ਜਿਹੜੀ 100 ਦੇ 2 ਜ਼ੀਰੋ ਨੇ, ਆਹ ਉੱਪਰ 2 ਜ਼ੀਰੋ ਨਾਲ ਕੱਟੀਆਂ ਗਈਆਂ। ਆਹ 12 ਕੱਟ 2 9 ਨਾਲ, 12 ਕੱਟ 2 ਕਿੰਨਾ ਆ ਜੂਗਾ, 120 ਕੱਟ 2 9 ਨਾਲ ਕਿੰਨਾ ਆ ਜੂਗਾ, 3 ਤੀਏ 90, 4 ਤੀਏ 12, ਉੱਪਰ 40 ਰਹਿ ਗਿਆ ਆਪਣਾ, ਠੀਕ ਆ ਜੀ। ਥੱਲੇ 3 ਰਹਿ ਗਿਆ। ਇੱਧਰ ਆਪਣਾ 24 ਰਹਿ ਗਿਆ, ਉੱਪਰ 3 ਰਹਿ ਗਿਆ। ਹੁਣ 24 3 ਤੇ ਜਾਊਗਾ, 3 ਤੇ ਜਾਂਦਾ, ਹਾਂਜੀ ਕਿੰਨਾ 9 8 ਤੀਏ 24, 8 ਤੀਏ 24 ਹੁੰਦਾ, 8 ਦੂਣੀ 16, 8 ਤੀਏ 24, ਹਾਂਜੀ 8 ਤੇ ਗਿਆ, ਠੀਕ ਆ ਜੀ। ਕਿੰਨਾ ਉੱਪਰ ਬਚ ਗਿਆ ਆਪਣਾ 40 ਬਚ ਗਿਆ ਅਤੇ 8 ਬਚ ਗਿਆ, ਤਾਂ ਗੁਣਾ ਕਰ ਦਿਓ ਫਿਰ। 40 ਅਤੇ 8 ਦੀ ਕਿੰਨੀ ਆ ਜੂਗੀ 320 ਆ ਜੂ, 8 ਤੇ 24 ਹੁੰਦਾ, ਠੀਕ ਆ ਜੀ। ਤਾਂ ਆਪਣਾ ਵੇਚ ਮੁੱਲ ਕਿੰਨਾ ਆ ਜੂ 320 ਆ ਜੂ। ਜੇ ਬਾਹਲਾ ਉਲਝਣ ਹੋ ਰਹੀ ਹੈ ਤੁਹਾਨੂੰ ਕਾਪੀ 'ਤੇ ਕੱਢ ਕੇ ਦੇਖ ਲਿਓ, ਫਾਰਮੂਲੇ ਹੀ ਭਰਿਆ ਮੈਂ, ਹੋਰ ਕੁਛ ਨਹੀਂ ਕੀਤਾ। CP ਪਤਾ ਚੱਲ ਜੇ ਉਹੀ ਫਾਰਮੂਲਾ ਫੇਰ ਲਾ ਦੇਣਾ, ਠੀਕ ਹੈ ਜੀ। ਬਸ ਤੁਹਾਡਾ ਆਨਸਰ ਆ ਜੂਗਾ। ਜੇ ਕੁਛ ਵੀ ਪਤਾ ਕਰਨ ਲਈ 20% ਲਾਭ ਕਮਾਉਣ ਲਈ ਨੇ, ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈਗਾ CP ਕੱਢਣਾ, ਠੀਕ ਹੈ ਜੀ। ਆਪਾਂ CP ਕੱਢ ਲਿਆ, 2400/9 ਆ ਰਿਹਾ ਸੀ, ਆਪਾਂ ਭਰ ਕੇ ਕੀ ਆ ਗਿਆ ਆਪਣਾ ਆਨਸਰ, ਵੇਚ ਮੁੱਲ ਕਿੰਨਾ ਆ ਗਿਆ ਆਪਣਾ 320 ਆ ਗਿਆ, ਠੀਕ ਹੈ ਜੀ। ਤਾਂ 20% ਲਾਭ ਕਮਾਉਣ ਦੇ ਉਸਨੂੰ ਵਸਤੂ 320 'ਤੇ ਵੇਚਣੀ ਪਵੇਗੀ, ਬਸ ਆਪਾਂ ਕੱਢਤਾ, ਠੀਕ ਹੈ ਜੀ। ਬਿਲਕੁਲ ਰਾਈਟ ਆਨਸਰ ਆ ਜੂ, ਠੀਕ ਹੈ ਜੀ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 2 ਦੇਖੋ ਜੀ। ਇੱਕ ਵਿਅਕਤੀ ਆਪਣੀ ਵਸਤੂ 'ਤੇ 20% ਲਾਭ ਕਮਾਉਣਾ ਚਾਹੁੰਦਾ ਹੈ, ਪਰ ਬਾਅਦ ਵਿੱਚ ਉਸਨੇ 480 ਰੁਪਏ ਵਿੱਚ ਉਹ ਵਸਤੂ 20% ਦੀ ਹਾਨੀ 'ਤੇ ਵੇਚ ਦਿੱਤੀ, ਤਾਂ ਸ਼ੁਰੂ ਵਿੱਚ ਉਹ ਵਸਤੂ ਨੂੰ ਕਿੰਨੇ ਦੀ ਵੇਚਣਾ ਚਾਹੁੰਦਾ ਸੀ। ਹਾਂ ਬਈ ਇੱਕ ਵਪਾਰੀ ਹੋਊਗਾ, ਇੱਕ ਵਿਅਕਤੀ ਵਿਚਾਰਾ ਲਾਭ ਕਮਾਉਣਾ ਚਾਹੁੰਦਾ ਸੀ, ਹਰੇਕ ਹੀ ਲਾਭ ਕਮਾਉਣਾ ਚਾਹੁੰਦਾ ਹੁੰਦਾ, 20% ਲਾਭ ਕਮਾਉਣਾ ਚਾਹੁੰਦਾ ਸੀ, ਪਰ ਬਾਅਦ ਵਿੱਚ ਵੀ ਮਜਬੂਰੀ ਹੋ ਗਈ, ਉਹਨੇ 480 ਰੁਪਏ ਵਿੱਚ ਹੀ ਵੇਚਤੀ, ਹਾਨੀ 'ਤੇ ਵੇਚਤੀ 20% ਦੀ। 'ਤੇ ਤਾਂ ਵੀ ਜਿਹੜਾ ਕੁਛ ਹੈਗਾ ਪਹਿਲਾਂ ਉਹ ਤਾਂ ਭਰੋ, ਆਹ ਜਿਹੜਾ ਕਮਾਉਣਾ ਚਾਹੁੰਦਾ ਸੀ, ਪਹਿਲਾਂ ਕਮਾਉਣਾ ਚਾਹੁੰਦਾ ਹੈ, ਇਹ ਬਾਅਦ 'ਚੋਂ ਦੇਖਾਂਗੇ। ਕੀ ਦਿੱਤਾ ਹੋਇਆ ਆਪਾਂ ਨੂੰ SP ਕਿੰਨੇ ਤਾਂ 480 'ਚ ਵੇਚਤੀ, ਤਾਂ ਆਪਣਾ SP ਕਿੰਨਾ ਆ ਜੂ, ਵੇਚ ਮੁੱਲ 480 'ਚ ਵੇਚਤੀ, ਇੱਥੇ ਐ ਲਿਖ ਦੇਣਾ ਮੈਂ। ਉਹਨੂੰ ਹਾਨੀ ਹੋ ਗਈ, ਲੋਸ ਕਿੰਨਾ ਹੋ ਗਿਆ 20% ਦਾ ਲੋਸ ਹੋ ਗਿਆ, ਠੀਕ ਆ ਜੀ। ਉਹ ਹੁਣ ਕੀ ਸਾਰਿਆਂ ਨੂੰ ਪਤਾ CP ਪਤਾ ਕਰੀਦਾ ਹੁੰਦਾ, ਤੁਹਾਨੂੰ ਦੱਸਿਆ ਸਭ ਤੋਂ ਇੰਪੋਰਟੈਂਟ ਕੀ ਹੁੰਦਾ CP ਹੁੰਦਾ। ਹੁਣ ਕੀ ਕਹਿੰਦੇ 20% ਲਾਭ 'ਤੇ ਕਮਾਉਣਾ ਚਾਹੁੰਦਾ ਸੀ, ਕਹਿੰਦੇ ਪਹਿਲਾਂ ਸ਼ੁਰੂ ਵਿੱਚ ਵਸਤੂ ਉਹ ਕਿੰਨੇ ਦੀ ਵੇਚਣਾ ਚਾਹੁੰਦਾ ਸੀ, 20% ਲਾਭ 'ਤੇ ਵੇਚਣਾ ਚਾਹੁੰਦਾ, ਇਹ ਤਾਂ ਆਪਾਂ ਨੂੰ ਪਤਾ ਕਿੰਨੇ ਦੀ ਵੇਚਣਾ ਚਾਹੁੰਦਾ ਸੀ। ਪਹਿਲਾਂ ਆਪਾਂ CP ਪਤਾ ਕਰਾਂਗੇ, ਜੇ CP ਪਤਾ ਹੋਊਗਾ ਤਾਂ ਹੀ ਆਪਾਂ ਦੱਸ ਸਕਾਂਗੇ ਉਹਨੂੰ ਕਿੰਨੇ ਦੀ ਵੇਚਣਾ ਚਾਹੁੰਦਾ ਸੀ। ਤਾਂ ਪਹਿਲਾਂ ਆਪਾਂ CP ਕੱਢਾਂਗੇ। CP ਕੱਢਣ ਲਈ ਕੀ ਹੁੰਦਾ, ਫਾਰਮੂਲਾ ਲਾਈ ਦਾ, ਦੱਸਿਆ ਤੁਹਾਨੂੰ ਮੈਂ ਕੀ ਹੈ, SP ਬਰਾਬਰ CP। ਲੋਸ ਹੋ ਰਿਹਾ ਆਪਾਂ ਨੂੰ, ਕੀ ਕਰਦੇ ਹੁੰਦੇ 100 'ਚੋਂ ਮਾਈਨਸ ਲੋਸ ਕਰਦੇ ਹੁੰਦੇ, ਥੱਲੇ 100 ਦਾ 100 ਕਰਦੇ ਹੁੰਦੇ ਆ, ਠੀਕ ਆ ਜੀ। ਅਤੇ SP ਕਿੰਨਾ ਦਿੱਤਾ ਹੋਇਆ ਆਪਾਂ ਨੂੰ 480, 480 ਨੂੰ ਮੈਂ ਹੀ ਭਰਤਾ, ਬਰਾਬਰ ਹੈ CP ਆਪਾਂ ਪਤਾ ਕਰਨਾ, CP ਨੂੰ ਮੈਂ ਹੀ ਲਿਖਤਾ, ਖਰੀਦ ਮੁੱਲ ਨੂੰ ਪਤਾ ਕਰਨਾ, ਠੀਕ ਹੈ। ਖਰੀਦ ਮੁੱਲ ਹੈ CP ਕੋਸਟ ਪ੍ਰਾਈਜ਼, ਤਾਂ 100 'ਚੋਂ ਕੀ ਕਹਿੰਦੇ ਉਹਨੂੰ 20% ਦੀ ਹਾਨੀ 'ਤੇ ਵੇਚਿਆ ਸੀ, ਤਾਂ 100 'ਚੋਂ 20 ਘਟਾਤਾ ਮੈਂ, ਬਸ ਥੱਲੇ 100 ਦਾ 100 ਐਂ ਲਾਤਾ, ਠੀਕ ਆ ਜੀ। ਆਹ ਤੁਹਾਨੂੰ ਮੈਂ ਫੇਰ ਦੱਸਦਾ ਵੀ ਪ੍ਰਤੀਸ਼ਤ ਵਿੱਚ ਕਿਉਂ ਨਹੀਂ ਲਾਇਆ ਉਰੇ 20, ਇਹ ਪ੍ਰਤੀਸ਼ਤ ਵਿੱਚ ਨਹੀਂ ਲੱਗਦਾ ਹੁੰਦਾ ਬਈ, ਇਹ ਫਾਰਮੂਲੇ ਇਸ ਤਰ੍ਹਾਂ ਥੱਲੇ 100 ਆ ਜਿਹਦੇ ਇਹਦੇ ਨਾਲ ਪ੍ਰਤੀਸ਼ਤ ਕੱਟਿਆ ਜਾਂਦਾ, ਇਹ ਫਾਰਮੂਲਾ ਸੌਖਾ ਕਰਨ ਲਈ ਬਣਾਇਆ ਗਿਆ, ਠੀਕ ਆ ਜੀ। ਤਾਂ ਬਈ ਦੇਖੋ ਇਹਨੂੰ ਸੋਲਵ ਕਰ ਲਓ, 480 ਦਾ 480 ਐਂ ਆ ਜੂ ਆਪਣਾ CP ਖਰੀਦ ਮੁੱਲ, ਇਹਨੂੰ ਮੈਂ ਇਹ ਲਿਖ ਦੇਣਾ। ਆ 100 'ਚੋਂ 20 ਕੱਢ ਦਿਓ, ਕਿੰਨਾ ਆ ਜੂਗਾ 80 ਆ ਜੂ, ਥੱਲੇ ਆਪਣਾ ਕਿੰਨਾ ਆ ਜੂਗਾ, ਥੱਲੇ ਕਿੰਨਾ ਆ ਜੂ 100 ਦਾ 100 ਐਂ ਆ ਜੂਗਾ। ਇਹਨੂੰ ਸੋਲਵ ਕਰੋ, ਇੱਕ ਤਾਂ ਆਪਣੀ ਆਹ ਕੱਟੀ ਜਾਊਗੀ, 1 0 ਨਾਲ ਆਹ 1 0 ਕੱਟੀ ਗਈ, ਇਹਨੂੰ ਹੋਰ ਸੋਲਵ ਕਰੋ, ਕੀ ਆ ਸਕਦਾ ਹੋਰ ਸੋਲਵ ਕਰੋ ਇਹਨੂੰ, ਉੱਪਰ 4 ਆ ਜੂ, 4 ਦੂਣੀ 8, ਥੱਲੇ ਕਿੰਨਾ ਆ ਜੂਗਾ 5 ਆ ਜੂਗਾ, ਠੀਕ ਆ ਜੀ। 5 ਆ ਜੂ, ਤਾਂ 5 ਇੱਧਰ ਲੈ ਜਾਂਗੇ, ਹੋਰ ਤਾਂ ਕੱਟਿਆ ਨਹੀਂ, 4/5 ਆ ਗਿਆ, ਹੋਰ ਤਾਂ ਕੱਟਿਆ ਨਹੀਂ ਜਾਂਦਾ ਇਹ, ਤਾਂ 4 ਨੂੰ ਉੱਪਰ ਲੈ ਜਾਂਗੇ,
ਤਾਂ ਕੀ ਆ ਜੂ 480 ਗੁਣਾ 5 ਆ ਜੂ। 4 ਨੂੰ ਥੱਲੇ ਲਿਆਂਦਾ, ਥੱਲੇ 4 ਆ ਜੂ, ਬਰਾਬਰ ਕਿਹਦੇ CP ਤੇ ਰਹਿ ਗਿਆ, ਬਰਾਬਰ CP ਤੇ ਰਹਿ ਗਿਆ। ਠੀਕ ਆ ਜੀ। ਤਾਂ ਇਹਨੂੰ ਹੋਰ ਸੋਲਵ ਕਰੋ, ਕੀ ਸੋਲਵ ਹੋਊਗਾ, ਵੰਡੋ ਕੀ ਹੁੰਦਾ ਗਾ 24 ਆ ਜੂਗਾ, 2 ਤੇ ਵੰਡਾਂਗੇ 240 ਆ ਜੂਗਾ, ਥੱਲੇ ਕੀ 2 ਰਹਿ ਗਿਆ, ਤਾਂ ਹੋਰ ਵੰਡਿਆ ਜਾਊ 100 ਕਿੰਨੇ 'ਤੇ ਜਾਊਗਾ 120 ਤੇ ਜਾਊਗਾ, 120 ਤੇ ਗਿਆ ਜੇ 2 ਤੇ ਹੋਰ ਡਿਵਾਈਡ ਕਰਾਂਗੇ, ਆਹ ਥੱਲੇ ਖਤਮ ਹੋ ਗਿਆ ਸਾਰਾ। ਠੀਕ ਆ ਜੀ। 120 ਗੁਣਾ 5 ਰਹਿ ਗਿਆ, 120 ਗੁਣਾ 5 ਰਹਿ ਗਿਆ, ਇਹਨੂੰ ਗੁਣਾ ਕਰੋ ਕਿੰਨਾ ਆ ਜੂ, ਇਹਨੂੰ ਗੁਣਾ ਕਰਕੇ 600 ਆਊਗਾ। ਠੀਕ ਆ ਜੀ। ਆਪਣਾ 120 ਨੂੰ 12 5 60 ਹੁੰਦਾ, ਥੱਲੇ 0 ਲਾ ਦਾਂਗੇ। ਠੀਕ ਆ ਜੀ। ਤਾਂ ਆਪਣਾ CP ਖਰੀਦ ਮੁੱਲ ਕਿੰਨਾ ਆ ਗਿਆ 600 ਆ ਗਿਆ ਬਈ। ਹੁਣ CP ਪਤਾ ਚੱਲ ਗਿਆ ਆਪਾਂ ਨੂੰ, ਹੁਣ ਕਿੰਨੇ ਦੀ ਵੇਚਣਾ ਚਾਹੁੰਦਾ ਸੀ, ਕਿੰਨੇ ਦੀ ਲਾ, ਤੇ ਸਭ ਕੁਝ ਪਤਾ ਚੱਲ ਜੇ CP ਪਤਾ ਚੱਲ ਜੇ, ਖਰੀਦ ਮੁੱਲ ਪਤਾ ਚੱਲ ਜੇ, ਸਭ ਕੁਝ ਪਤਾ ਚੱਲ ਜੂ। ਠੀਕ ਆ ਜੀ। ਖਰੀਦ ਮੁੱਲ ਆਪਾਂ ਨੂੰ ਪਤਾ ਚੱਲ ਗਿਆ 600 ਆ। ਹੁਣ ਕੀ ਕਹਿੰਦੇ ਹੈਗੇ ਵੀ ਸ਼ੁਰੂ ਵਿੱਚੋਂ ਵਸਤੂ ਕਿੰਨੇ ਦੀ ਵੇਚਣਾ ਚਾਹੁੰਦਾ ਸੀ, ਸ਼ੁਰੂ ਵਿੱਚੋਂ 20% ਦੇ ਲਾਭ ਕਮਾਉਣਾ ਚਾਹੁੰਦਾ ਸੀ, ਕਿੰਨੇ ਦੀ ਵੇਚਣਾ ਚਾਹੁੰਦਾ ਸੀ। ਠੀਕ ਆ ਵੀ। ਤਾਂ ਕੁਛ ਨਹੀਂ ਕਰਨਾ, ਉਹੀ ਫਾਰਮੂਲਾ ਲਾ ਦਾਂਗੇ। ਕੀ ਹੈ ਦੁਬਾਰੇ ਫਾਰਮੂਲਾ, ਮੈਂ ਦੁਬਾਰੇ ਯਾਦ ਕਰਨੀ ਤੁਹਾਨੂੰ, ਦੁਬਾਰੇ ਲਿਖ ਰਿਹਾ। SP ਬਰਾਬਰ CP 100 ਪਲੱਸ ਲਾਭ ਕਮਾਉਣਾ ਚਾਹੁੰਦਾ ਸੀ ਤਾਂ ਮਰ ਪਲੱਸ ਕਰ ਦੇਂਗੇ ਪ੍ਰੋਫਿਟ, ਥੱਲੇ ਕੀ 100 ਦਾ 100 ਆਈ ਲਾਵਾਂਗੇ, ਜੇ ਹਾਨੀ ਹੁੰਦੀ ਆਪਾਂ ਮਾਈਨਸ ਕਰਦੇ ਹੁੰਦੇ ਹਾਂ। ਠੀਕ ਆ ਵੀ। ਕਿੰਨੇ ਦੀ ਵੇਚਣਾ ਚਾਹੁੰਦਾ ਸੀ, ਹੁਣ ਆਪਾਂ ਵੇਚ ਮੁੱਲ ਪਤਾ ਕਰਨਾ ਤਾਂ SP ਨੂੰ ਮੈਂ ਹੀ ਰੱਖ ਦਿੰਦਾ, ਬਸ ਪਤਾ ਕਰਨਾ। ਇਹ ਤਾਂ ਖਰੀਦ ਮੁੱਲ ਪਤਾ ਕਿ ਆਪਾਂ ਨੂੰ 600 ਐ ਲਿਖਤਾ। ਠੀਕ ਆ ਜੀ। ਮੈਂ 600 ਦਾ 600 ਲਿਖਤਾ, ਤਾਂ ਕੀ 100 20% ਲਾਭ ਕਮਾਉਣਾ ਦਿੱਤਾ, ਮੈਂ 20 ਜੋੜ ਦਿੰਦਾ ਭਾਈ, ਥੱਲੇ 100 ਦਾ 100 ਆਈ ਰਹਿ ਜੂ। ਠੀਕ ਆ ਜੀ। ਥੱਲੇ 100 ਦਾ 100 ਆਈ ਰਹਿ ਜੂ, ਇਹਨੂੰ ਸੋਲਵ ਕਰ ਲਓ। ਆਹ 2 ਜ਼ੀਰੋ ਨਾਲ ਤਾਂ ਆਹ 2 100 ਦੀਆਂ ਗਈਆਂ, 600 ਨਾਲ 600 ਦੇ 2 ਜ਼ੀਰੋ ਆ, ਅਤੇ 100 ਨਾਲ ਤਾਂ ਗਈਆਂ। ਠੀਕ ਹੈ 2 ਜ਼ੀਰੋ ਆ, ਅਤੇ ਉੱਪਰ ਕਿੰਨਾ ਬਚ ਜੂਗਾ ਦੇਖੋ 6 ਕਿੰਨਾ ਬਚ ਜੂ 120 ਬਚ ਜੂ, 12 5 60 12 6 72 ਕਿੰਨਾ ਆ ਜੂਗਾ। ਹੁਣ SP ਕੀ ਕਿੰਨੇ ਬਰਾਬਰ ਆ ਜੂ 720 ਦੇ ਬਰਾਬਰ ਹੀ ਆ ਜੂਗਾ। ਠੀਕ ਆ ਜੀ। 700 ਵੇਚ ਮੁੱਲ ਕਿਹਦੇ ਬਰਾਬਰ ਆਊ 700 ਪਹਿਲਾਂ ਵੀ ਉਹ ਫਿਰ ਸ਼ੁਰੂ ਵਿੱਚ 720 ਰੁਪਏ ਦੀ ਵੇਚਣਾ ਚਾਹੁੰਦਾ ਸੀ। ਇਸ ਤਰ੍ਹਾਂ ਕੱਢਣੇ ਪ੍ਰਸ਼ਨ। ਠੀਕ ਆ ਜੀ। ਆਹ ਫਾਰਮੂਲਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਇਹੋ ਜਿਹਾ ਕੁਛ ਆ ਜੇ ਪਹਿਲਾਂ ਕਿੰਨੇ ਦੀ ਵੇਚਣਾ ਚਾਹੁੰਦਾ ਸੀ, ਕਿਉਂ ਕਿੰਨੇ ਦੀ ਵੇਚਣਾ ਚਾਹੇਗਾ, ਸਭ ਤੋਂ ਪਹਿਲਾਂ ਕੀ ਕੱਢਦੇ ਹੁੰਦੇ ਆਪਾਂ CP ਕੱਢਾਂਗੇ। ਆਹੀ ਫਾਰਮੂਲਾ ਲਾ ਕੇ ਤੁਹਾਨੂੰ ਮੈਂ ਦੱਸਦਾ, ਜੇ ਲਾਭ ਹੁੰਦਾ ਤਾਂ ਘਟਾਈ ਦਾ ਹੁੰਦਾ, ਪ੍ਰੋਫਿਟ ਹੁੰਦਾ ਤਾਂ ਜੋੜੀ ਦਾ ਹੁੰਦਾ। ਠੀਕ ਆ ਜੀ। ਆਹੀ ਫਾਰਮੂਲਾ ਲਾ ਕੇ ਅਤੇ ਫਿਰ ਉਹੀ ਫਾਰਮੂਲਾ ਲਾ ਕੇ ਆਪਾਂ ਕਿੰਨੇ ਦੀ ਵੇਚਣਾ ਚਾਹੁੰਦਾ ਸੀ, ਕਿੰਨੇ ਦੀ ਖਰੀਦਣਾ ਚਾਹੁੰਦਾ ਸੀ, ਉਹ ਕੱਢ ਲਾਂਗੇ ਬਸ। ਆਹ ਠੀਕ ਆ ਜੀ। 720 ਦੀ ਵੇਚਣਾ ਚਾਹੁੰਦਾ ਸੀ ਬਈ ਸ਼ੁਰੂ ਵਿੱਚ ਉਹ, ਬਸ ਹੋਰ ਕੁਛ ਨਹੀਂ। ਤਾਂ ਆਪਣਾ ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਆ ਜੂ। 720 ਦੀ ਵੇਚਣਾ ਚਾਹੁੰਦਾ ਸੀ। ਠੀਕ ਆ ਜੀ। ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਆ ਜੂ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ ਫਿਰ। ਹਾਂਜੀ ਪ੍ਰਸ਼ਨ ਨੰਬਰ 3 ਦੇਖੋ ਜੀ। ਹਾਂਜੀ ਇੱਕ ਵਪਾਰੀ ਇੱਕ ਵਸਤੂ ਨੂੰ 105 ਰੁਪਏ ਵਿੱਚ ਵੇਚਦਾ ਹੈ ਤਾਂ ਉਸ ਨੂੰ 9% ਦੀ ਹਾਨੀ ਹੁੰਦੀ ਹੈ 30% ਲਾਭ ਕਮਾਉਣ ਲਈ ਉਹ ਵਸਤੂ ਨੂੰ ਕਿੰਨੇ ਰੁਪਏ ਵਿੱਚ ਵੇਚੇਗਾ। ਹਾਂ ਵੀ ਇੱਕ ਵਪਾਰੀ ਇੱਕ ਵਸਤੂ ਨੂੰ 105 ਰੁਪਏ ਵਿੱਚ ਜੇ ਵੇਚਦਾ ਤਾਂ ਉਹਨੂੰ 9% ਦੀ ਹਾਨੀ ਹੁੰਦੀ ਹੈ, ਜੇ ਕਹਿੰਦੇ ਉਹਨੂੰ 30% ਲਾਭ ਕਮਾਉਣਾ ਤਾਂ ਕਿੰਨੇ ਦੀ ਵੇਚੇਗਾ। ਵੀ ਕੀ ਕਰਨਾ, ਪਹਿਲਾਂ ਜਿਹੜਾ ਕੁਛ ਆਏਗਾ ਉਹਨੂੰ ਲਿਖ ਲਈ ਤਾਂ ਪ੍ਰਸ਼ਨ ਨੂੰ ਆਸਾਨ ਬਣਾਉਣ ਲਈ। ਤਾਂ ਇੱਕ ਵੇਚਦਾ ਹੈ, SP ਕਿੰਨਾ ਆ ਗਿਆ ਆਪਣਾ 105 ਵਿੱਚ ਵੇਚਦਾ ਹੈ ਤਾਂ ਉਹਨੂੰ ਹਾਨੀ ਹੁੰਦੀ ਹੈ ਬਈ, ਲੋਸ ਕਿੰਨਾ ਹੁੰਦਾ 9% ਦਾ ਉਹਨੂੰ ਲੋਸ ਹੋ ਰਿਹਾ, ਹਾਨੀ ਕਿੰਨੀ ਹੋ ਰਹੀ ਆ 9% ਦੀ ਹੋ ਰਹੀ ਹੈਗੀ। ਤਾਂ ਵੀ ਕਿੰਨੇ ਦੀ ਤੈਨੂੰ ਫਿਰ ਦੱਸ ਰਿਹਾ ਮੈਂ, ਕਿੰਨੇ ਦੀ ਵੇਚਣਾ ਚਾਹੇਗਾ, ਕਿੰਨੇ ਦੀ ਵੇਚਣਾ ਚਾਹੁੰਦਾ ਸੀ। ਇਹ ਪਤਾ ਕਰਨ ਲਈ ਪਹਿਲਾਂ ਕੀ ਹੁੰਦਾ CP ਪਤਾ ਹੋਣਾ ਚਾਹੀਦਾ ਆਪਾਂ ਨੂੰ, ਫਿਰ ਹੀ ਪਤਾ ਲੱਗੂ ਵੀ ਕਿੰਨੇ ਦੀ ਵੇਚਣਾ ਚਾਹੁੰਦਾ। ਲਾਭ ਹੋਣ ਲਈ ਵਸਤੂ ਨੂੰ ਕਿੰਨੇ ਰੁਪਏ ਵਿੱਚ ਵੇਚੇਗਾ, ਕਿੰਨੇ ਦੀ ਕਰੇਗਾ। ਠੀਕ ਆ ਜੀ। ਤਾਂ ਸਭ ਤੋਂ ਪਹਿਲਾਂ ਆਪਾਂ CP ਕੱਢਾਂਗੇ, ਉਹੀ ਫਾਰਮੂਲਾ ਫਿਰ ਲਾ ਦੇਣਾ ਉਰੇ। SP ਬਰਾਬਰ ਹੈ CP 100 ਮਾਈਨਸ, ਜੇ ਲੋਸ ਹੋ ਰਿਹਾ ਤਾਂ ਮਾਈਨਸ ਲੱਗ ਜੂ, ਜੇ ਪ੍ਰੋਫਿਟ ਤਾਂ ਪਲੱਸ ਲੱਗ ਜੂ, ਥੱਲੇ 100 ਦਾ 100 ਆਈ ਰਹਿ ਜਾਂਦਾ ਹੁੰਦਾ। ਤਾਂ ਵੀ ਆਪਾਂ ਨੂੰ SP ਕਿੰਨੇ ਦਿੱਤਾ ਹੋਇਆ 105 ਮੈਂ ਭਰ ਦਿੰਦਾ, ਵੇਚ ਮੁੱਲ 105 ਦਿੱਤਾ ਹੋਇਆ, ਖਰੀਦ ਮੁੱਲ ਆਪਾਂ ਪਤਾ ਕਰ ਇਹਨੂੰ ਐਂ ਰਹਿਣ ਦਿਓ। 100 ਲੋਸ ਕਿੰਨਾ ਹੋ ਰਿਹਾ ਹੈਗਾ 9 ਦਾ ਹੋ ਰਿਹਾ ਹੈਗਾ, ਤਾਂ 100 ਮਾਈਨਸ 9 ਕਰ ਦਿੰਦਾ, ਥੱਲੇ ਮੈਂ 100 ਦਾ 100 ਐਂ ਲਿਖ ਦਿੰਦਾ। ਠੀਕ ਹੈ ਜੀ। ਥੱਲੇ 100 ਦਾ 100 ਮੈਂ ਐਂ ਲਿਖ ਦਿੰਦਾ, ਇਹਨੂੰ ਸੋਲਵ ਕਰ ਲਓ 105 ਐਂ ਰਹਿ ਜੂਗਾ। ਇੱਧਰ ਬਰਾਬਰ ਹੈ CP 100 ਚੋਂ 9 ਕੱਢਾਂਗੇ ਕਿੰਨਾ ਹੁੰਦਾ 91 ਹੁੰਦਾ, ਥੱਲੇ 100 ਦਾ 100 ਐਂ ਰਹਿ ਜੂ। ਠੀਕ ਆ ਜੀ। ਥੱਲੇ 100 ਦਾ 100 ਐਂ ਰਹਿ ਜੂਗਾ। ਅਤੇ ਬਈ ਹੁਣ ਇਹ ਹੋਰ ਤਾਂ ਕੱਟਿਆ ਨਹੀਂ ਜਾਣਾ, 91 ਬੜੇ 100 ਆ, ਕੱਟ ਕੇ ਦੇਖ ਲਓ ਭਾਵੇਂ, ਜ਼ਿਆਦਾ ਕੱਟੇ ਨਹੀਂ ਜਾਣਾ। ਤਾਂ ਕੀ ਕਰਦੇ ਹੁੰਦੇ ਆਪਾਂ, ਇਹਨੂੰ ਉੱਪਰ ਲੈ ਜਾਵਾਂਗੇ 100 ਨੂੰ, ਇਹਨੂੰ 91 ਨੂੰ ਥੱਲੇ ਲੈ ਜਾਵਾਂਗੇ ਤਾਂ ਕੀ ਆ ਜੂ 105 ਗੁਣਾ 100। ਠੀਕ ਆ ਜੀ। ਗੁਣਾ 100 ਬਟੇ 91 ਬਰਾਬਰ ਹੈ CP ਦੇ, ਆਹੀ ਆ ਗਿਆ ਖਰੀਦ ਮੁੱਲ ਦੇ। ਠੀਕ ਆ ਜੀ। ਅਤੇ ਬਈ ਇਹਨੂੰ ਸੋਲਵ ਕਰੋ, ਇਹ ਬਾਹਲਾ ਸੋਲਵ ਹੋਣਾ ਹੀ ਨਹੀਂ, ਕੱਟਿਆ ਤਾਂ ਜਾਣਾ ਨਹੀਂ, ਦੇਖਣ 'ਚ ਪਤਾ ਚੱਲਦਾ। ਇਹ ਆਪਣਾ ਬਈ ਆਨਸਰ ਆ ਜੂ, ਜਿਹਨੂੰ ਕੱਟੀਏ 5 ਅਤੇ 7 3 ਅਤੇ 15, ਹਾਂ ਇਹ ਆਪਣਾ ਬਣੂ ਬਈ, ਬਣ ਜੂ ਗੁਣਾ ਕਰ ਦਿਓ, ਸੋਲਵ ਕਰਕੇ ਦੇਖ ਲਓ ਭਾਵੇਂ, ਇਹ 1500 ਬਟੇ 13 ਆ ਜੂਗਾ। ਖਰੀਦ ਮੁੱਲ ਕਿੰਨਾ ਆ ਗਿਆ ਆਪਣਾ 1500 ਬਟੇ 13 ਆ ਗਿਆ। ਠੀਕ ਆ ਵੀ। ਜੇ ਇਹਨੂੰ ਹੋਰ ਕੱਟੋ ਨਾ, ਪਾਉਂਟਾਂ 'ਚ ਲੈ ਕੇ ਨਾ ਜਾਓ, ਕਿਉਂਕਿ ਪ੍ਰਸ਼ਨ ਆਪਣਾ ਪਿਆ ਕਰਨ ਵਾਲਾ, ਅੱਗੇ ਕੱਟ ਕਟਾ 'ਚ ਆਸਾਨੀ ਹੋ ਜੂ। ਤਾਂ ਆਪਣਾ ਖਰੀਦ ਮੁੱਲ ਕਿੰਨਾ ਆ ਗਿਆ 1500 ਬਟੇ 13 ਆ ਗਿਆ।
1500/13 ਆ ਗਿਆ। ਹੁਣ ਕੀ ਕਹਿੰਦਾ 30% ਲਾਭ ਕਮਾਉਣ ਲਈ ਉਹ ਵਸਤੂ ਨੂੰ ਕਿੰਨੇ ਰੁਪਏ ਵਿੱਚ ਵੇਚੇਗਾ। ਉਹੀ ਫਾਰਮੂਲਾ ਫੇਰ ਲਾ ਦੇਣਾ, SB ਬਰਾਬਰ ਹੈ CP, ਦੁਬਾਰੇ ਫੇਰ ਲਿਖਾ ਰਿਹਾ ਭਾਈ, ਠੀਕ ਆ। 100 ਲਾਭ ਕਿੰਨਾ ਲਾਭ ਕਮਾਉਣਾ ਤਾਂ ਕੀ ਕਰਨਾ, P ਪਲੱਸ ਹੀ ਕਰ ਦਿੰਦੇ, ਪ੍ਰੋਫਿਟ ਕਰ ਦਿੰਦੇ ਪਲੱਸ, ਥੱਲੇ 100 ਦਾ 100, ਬਸ ਕੁਛ ਨਹੀਂ। ਤਾਂ SP ਆਪਾਂ ਪਤਾ ਕਰਨਾ ਵੀ ਕਿੰਨੇ ਰੁਪਏ ਵਿੱਚ ਵੇਚੇਗਾ, ਤਾਂ ਬਰਾਬਰ CP ਆਪਾਂ ਨੂੰ ਪਤਾ ਹੈ ਕਿ ਕਿੰਨਾ ਗਾ 1500/13 ਗਾ, ਠੀਕ ਹੈ 1500/13 ਗਾ। ਅਤੇ ਆਹ ਕੱਢਿਆ ਆਪਾਂ CP, ਖਰੀਦ ਮੁੱਲ ਕੱਢਿਆ। ਖਰੀਦ ਮੁੱਲ ਪਤਾ ਹੋਵੇ ਕੁਛ ਮਰਜ਼ੀ ਪਤਾ ਕਰ ਸਕਦੇ ਹਾਂ, ਬਸ ਸਿੰਪਲ ਜੀ ਗੱਲ ਹੀ ਆ, ਠੀਕ ਆ ਜੀ। ਅਤੇ ਆਪਾਂ ਕੀ ਕਰਨਾ 100 ਪ੍ਰੋਫਿਟ ਕਹਿੰਦੇ 30% ਲਾਭ ਪਾਉਣੀ, ਤਾਂ ਆਪਾਂ 100 ਵਿੱਚ 30 ਜੋੜਾਂਗੇ, 30 ਜੋੜਤਾ ਜੀ ਮੈਂ, ਥੱਲੇ 100 ਦਾ 100 ਐਂ ਲਾਤਾ। ਇਹਨੂੰ ਸੋਲਵ ਕਰ ਲਓ, SP ਬਰਾਬਰ ਹੈ 115 ਇਹਨੂੰ ਐਂ ਰੱਖ ਲਓ ਅਜੇ 1500/13, ਅਤੇ ਕੀ ਉੱਪਰ ਕਿੰਨਾ ਬਣ ਜੂ 130 ਬਣ ਜੂ, 100 ਵਿੱਚ 30 ਜੋੜਾਂਗੇ, ਥੱਲੇ 100 ਦਾ 100 ਐਂ ਰਹਿ ਜੂ, ਠੀਕ ਆ ਜੀ। ਅਤੇ 13 10 130 ਆ 13 ਦੀ ਕੱਟਿਆ ਗਿਆ, 10 ਦੀ ਕੱਟਿਆ ਗਿਆ, ਠੀਕ ਆ ਜੀ। ਹੁਣ 13 10 130 ਹੁੰਦਾ, ਆਹ 2 ਜ਼ੀਰੋ ਆਉਣਾ, ਆਹ 2 ਜ਼ੀਰੋ ਕੱਟੀਆਂ ਗਈਆਂ, ਠੀਕ ਆ ਜੀ। ਤਾਂ ਕਿੰਨਾ ਬਚ ਗਿਆ ਆਪਣਾ 15 ਬਚ ਗਿਆ, ਇੱਧਰ 10 ਬਚ ਗਿਆ ਬਸ। ਤਾਂ 15 10 ਕਿੰਨਾ ਹੁੰਦਾ 150 ਹੁੰਦਾ। ਤਾਂ ਵੀ ਉਹ 150 ਰੁਪਏ ਵਿੱਚ ਵੇਚਣਾ ਚਾਹੁੰਦੇ, 150 ਪਿਆ ਆਪਣਾ ਆਨਸਰ 'ਚ, ਇਹ ਆਹ ਪਿਆ D ਆਪਸ਼ਨ ਬਿਲਕੁਲ ਰਾਈਟ ਆਨਸਰ ਹੈ, 150 ਪਿਆ, ਠੀਕ ਆ ਜੀ। ਆਹ ਫਾਰਮੂਲਾ ਸਭ ਤੋਂ ਵੱਧ ਇੰਪੋਰਟੈਂਟ ਆ, ਮੈਂ ਤੁਹਾਨੂੰ ਫੇਰ ਕਹਿ ਰਿਹਾ। ਅਤੇ ਸਭ ਤੋਂ ਪਹਿਲਾਂ CP ਕੱਢਣਾ, ਜੇ ਤੁਹਾਨੂੰ ਇਹੋ ਜਿਹਾ ਪ੍ਰਸ਼ਨ ਆ ਜੇ, ਖਰੀਦ ਮੁੱਲ ਕੱਢਣਾ ਸਭ ਤੋਂ ਪਹਿਲਾਂ। ਜੇ ਇਹੋ ਜਿਹਾ ਪ੍ਰਸ਼ਨ ਆ ਵੀ ਕਿੰਨੇ ਦੀ ਵੇਚਣਾ, ਇੰਨੇ % ਲਾਭ ਕਮਾਉਣ ਲਈ ਕਿੰਨੇ ਦੀ ਵੇਚੇਗਾ, ਜੇ ਇੰਨੀ ਹਾਨੀ ਹੁੰਦੀ ਹੈ ਕਿੰਨੇ ਦੀ ਵੇਚੇਗਾ, ਸਭ ਤੋਂ ਪਹਿਲਾਂ ਖਰੀਦ ਮੁੱਲ ਕੱਢਣਾ, ਠੀਕ ਆ ਜੀ। ਤਾਂ 150 ਦੀ ਭਾਈ ਕਿੰਨੇ ਰੁਪਏ 150 ਰੁਪਏ ਵਿੱਚ ਵੇਚੇਗਾ, ਜੇ ਉਹਨੇ 30% ਲਾਭ ਪਾਉਣਾ ਤਾਂ ਉਹਨੂੰ 150 ਰੁਪਏ ਵਿੱਚ ਵੇਚਣੀ ਪਏਗੀ। ਆਪਸ਼ਨ ਨੰਬਰ D ਬਿਲਕੁਲ ਰਾਈਟ ਆਨਸਰ ਆ ਜੂ। ਚਲੋ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹਾਂਜੀ ਪ੍ਰਸ਼ਨ ਨੰਬਰ 4 ਦੇਖੋ ਜੀ। ਇੱਕ ਵਪਾਰੀ 10,000 ਰੁਪਏ ਪ੍ਰਤੀ ਵਸਤੂ ਦੀ ਦਰ 'ਤੇ 2 ਵਸਤੂਆਂ ਵੇਚਦਾ ਹੈ। ਪਹਿਲੀ ਵਸਤੂ 'ਤੇ ਉਸਨੂੰ 20% ਦੀ ਹਾਨੀ ਹੁੰਦੀ ਹੈ, ਦੂਜੀ ਵਸਤੂ 'ਤੇ ਉਸਨੂੰ 20% ਦਾ ਲਾਭ ਹੁੰਦਾ ਹੈ। ਤਾਂ ਪੂਰੇ ਸੌਦੇ ਦਾ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ। ਜਿੱਥੇ ਵੀ ਤੁਹਾਨੂੰ ਇਹੋ ਜਿਹਾ ਪ੍ਰਸ਼ਨ ਆ ਜੇ, ਇੱਕ ਫਾਰਮੂਲਾ ਦੱਸਦਾ ਮੈਂ ਤੁਹਾਨੂੰ, ਇਹਨੂੰ ਕਹਿੰਦਾ ਨੈੱਟ ਪ੍ਰੋਫਿਟ। ਪੂਰੇ ਸੌਦੇ ਦਾ ਲਾਭ ਹਾਨੀ ਪ੍ਰਤੀਸ਼ਤ ਪਤਾ ਕਰੋ, ਤਾਂ ਇੱਕ ਫਾਰਮੂਲਾ ਦੱਸਦਾ ਤੁਹਾਨੂੰ ਮੈਂ, ਨੈੱਟ ਪ੍ਰੋਫਿਟ ਬਰਾਬਰ ਹੈ ਜਾਂ ਲਾਭ ਜਾਂ ਲੋਸ ਬਰਾਬਰ ਹੈ, ਕਿਹਦੇ ਬਰਾਬਰ ਹੁੰਦਾ X + Y + X ਗੁਣਾ Y/100। ਆਹ ਫਾਰਮੂਲਾ ਬਹੁਤ ਇੰਪੋਰਟੈਂਟ ਆ, ਠੀਕ ਆ ਜੀ। ਇਹਨੂੰ ਕਾਪੀ 'ਤੇ ਲਿਖ ਲਓ, ਠੀਕ ਆ ਜੀ। ਇਹ ਫਾਰਮੂਲਾ ਜੇ ਆਪਾਂ ਨੂੰ ਪੂਰੇ ਸੌਦੇ ਦਾ ਲਾਭ ਹਾਨੀ ਪ੍ਰਤੀਸ਼ਤ ਕਰਨ ਨੂੰ ਕਿਹਾ ਹੋਵੇ, ਤਾਂ ਕੀ ਗਿਆ ਇਹਨਾਂ ਪ੍ਰਸ਼ਨ ਵਿੱਚ 10,000 ਰੁਪਏ ਪ੍ਰਤੀ ਵਸਤੂ ਦੀ ਦਰ 'ਤੇ। ਪ੍ਰਤੀ ਵਸਤੂ ਦੀ ਦਰ ਕੀ ਹੁੰਦਾ ਵੀ 2 ਵਸਤੂ ਵੇਚਦਾ, ਵੀ ਹਰੇਕ ਵਸਤੂ ਦੀ ਕੀਮਤ 10,000 ਹੋਊਗੀ। ਜੇ ਪ੍ਰਤੀ ਵਸਤੂ ਆ ਜੇ ਵੀ ਹਰੇਕ ਵਸਤੂ ਦੀ ਕੀਮਤ 10,000 ਰੁਪਏ, ਠੀਕ ਹੈ ਜੀ, ਪ੍ਰਤੀ ਵਸਤੂ ਦੀ ਦਰ 'ਤੇ। ਤਾਂ ਵੀ ਜਿਹੜਾ ਆਪਣਾ 10,000 ਇਹਦੇ ਪ੍ਰਸ਼ਨ ਵਿੱਚ ਕੀ ਦਿੱਤਾ ਹੋਇਆ ਆਪਾਂ ਨੂੰ, ਕਿ 10,000 ਦਿੱਤਾ ਹੋਇਆ, ਇਹਨੂੰ ਤਾਂ ਮਾਰੋ ਗੋਲੀ। ਇਹੋ ਜਿਹੇ ਪ੍ਰਸ਼ਨ ਵਿੱਚ ਇਹ ਤੋਂ ਚੱਕਣੀ ਨਹੀਂ ਤੁਸੀਂ, ਠੀਕ ਆ। ਇਹਨੂੰ ਮਾਰੋ, ਇਹ ਲਿਖ ਦੇਣਾ ਮੈਂ, ਗੋਲੀ ਮਾਰੋ, ਇਹਦੀ ਕੋਈ ਲੋੜ ਨਹੀਂ। ਆਹ ਫਾਰਮੂਲੇ ਨਾਲ ਕੱਢਣਾ ਆਪਣਾ X ਕੀ ਹੋ ਗਿਆ, ਆਪਣਾ ਪ੍ਰੋਫਿਟ ਹੋ ਗਿਆ। Y ਦੀ ਤਾਂ ਕੀ ਭਰਨਾ ਆਪਣਾ, ਓਕੇ ਹਾਨੀ ਭਰਨਾ, ਠੀਕ ਹੈ ਜੀ। ਤਾਂ ਕਹਿੰਦੇ ਵੀ 20% ਲਾਭ ਹੋ ਰਿਹਾ, ਇੱਕ ਉਸਨੂੰ 20% ਹਾਨੀ ਹੁੰਦੀ ਹੈ, ਇੱਕ ਤਾਂ ਦੂਜੀ ਤੋਂ 20% ਲਾਭ ਹੁੰਦਾ। ਤਾਂ ਪੂਰੇ ਸੌਦੇ ਦਾ ਲਾਭ ਹਾਨੀ ਪ੍ਰਤੀਸ਼ਤ ਪਤਾ ਕਰੋ। ਆਹੀ ਫਾਰਮੂਲਾ ਦੇਖੋ ਕਿਵੇਂ ਭਰਨਾ। X 20% ਦਾ ਲਾਭ ਹੋ ਰਿਹਾ ਤਾਂ ਬਰਾਬਰ ਹੈ, ਅਬ ਨੈੱਟ ਲਿਖ ਦੇਣਾ ਉਰੇ ਮੈਂ, ਠੀਕ ਆ। ਲਾਭ ਹੋ ਰਿਹਾ ਤਾਂ ਪਲੱਸ, ਅਬ ਫਾਰਮੂਲਾ ਪਲੱਸ ਲਾਤਾ। ਜੇ ਹਾਨੀ ਹੋ ਰਹੀ, ਬਸ ਹਾਨੀ ਵੀ ਹੋ ਰਹੀ ਹੈ 20% ਦੀ, ਉਰੇ ਹਾਨੀ ਤਾਂ ਮਾਈਨਸ 'ਤੇ ਲਿਖ ਦੇਣੀ ਹੈ ਬਸ, ਹਾਨੀ ਬਸ, ਹੋਰ ਕੁਛ ਨਹੀਂ, ਹਾਨੀ ਮਾਈਨਸ 'ਤੇ ਲਿਖ ਦੇਣੀ, ਠੀਕ ਆ। ਆ ਪਲੱਸ ਫੇਰ ਫਾਰਮੂਲਾ ਦਾ ਪਲੱਸ ਲਾਤਾ, ਤਾਂ ਉਰੇ ਕੀ ਫਾਰਮੂਲਾ ਬਣਾ B ਗੁਣਾ -B, ਠੀਕ ਆ ਜੀ। 20 ਆਪ ਨੂੰ ਲਾਭ ਹੋ ਰਿਹਾ 20% ਦਾ, ਤਾਂ 20% ਦੀ ਹਾਨੀ ਵੀ ਹੋ ਰਹੀ ਆ। ਹਾਨੀ ਦਿਖਾਉਣ ਲਈ ਬਸ ਮਾਈਨਸ 'ਤੇ ਨਿਸ਼ਾਨ ਲਾਉਣਾ, ਥੱਲੇ ਕੀ ਹੁੰਦਾ 100 ਦਾ 100 ਬਸ, ਠੀਕ ਆ ਜੀ। ਆਹ ਪਲੱਸ ਦਾ ਹੈਗਾ, ਆਹ ਮਾਈਨਸ ਦਾ ਹੈਗਾ, ਤਾਂ ਇਹਦਾ ਕੱਟੇ ਗਏ, 0 ਆ ਜੂ ਉਰੇ, ਠੀਕ ਆ ਜੀ। ਪਲੱਸ ਅਤੇ ਆ 20 ਨੂੰ 20 ਨਾਲ ਗੁਣਾ ਕਰ ਦਿਓ, ਕਿੰਨਾ ਆ ਜੂਗਾ, ਕਿੰਨਾ ਆ ਜੂ 20 ਨੂੰ -20 ਨਾਲ ਕਰ ਦਿਓ, ਕਿੰਨਾ ਆ ਜੂ -400 ਆ ਜੂ, ਥੱਲੇ 100 ਦਾ 100 ਆਈ ਰਹਿ ਜੂ। ਕੱਟ ਦੋ, ਆਹ 2 0 ਨਾਲ 2 0, ਕਿੰਨਾ ਬਚ ਗਿਆ, 4 ਬਚ ਗਿਆ ਮਾਈਨਸ ਦਾ। ਤਾਂ ਕੀ ਆ -4, ਜੇ ਮਾਈਨਸ ਆ ਜੇ ਬਸ ਫਿਰ ਕੀ ਹੋ ਰਿਹਾ, ਹਾਨੀ ਹੋ ਰਹੀ ਹੈ। ਤਾਂ -4% ਹਾਨੀ ਹੋ ਰਹੀ ਹੈ ਬਾਈ, ਹਾਂ 4% ਹਾਨੀ ਪਈ ਆ। ਆਪਸ਼ਨ A ਨੰਬਰ ਬਿਲਕੁਲ ਰਾਈਟ ਆਨਸਰ। ਜਦੋਂ ਵੀ ਇਹੋ ਜਿਹਾ ਪ੍ਰਸ਼ਨ ਆ ਜੇ, ਪੂਰੇ ਸੌਦੇ ਦਾ ਲਾਭ ਹਾਨੀ ਪ੍ਰਤੀਸ਼ਤ ਪਤਾ ਕਰੋ, ਆਹ ਫਾਰਮੂਲਾ ਲਾ ਦੇਣਾ, ਠੀਕ ਆ ਜੀ। ਆਹ ਫਾਰਮੂਲਾ ਲਾਉਣਾ, ਜੇ ਲਾਭ ਹੋ ਰਿਹਾ ਤਾਂ ਉਹਨੂੰ ਪਲੱਸ 'ਚ ਹੀ ਲਿਖ ਦੇਣਾ, ਹਾਨੀ ਹੋ ਰਹੀ ਹੈ ਬਸ ਉਹਨੂੰ ਮਾਈਨਸ 'ਚ ਲਿਖ ਦੇਣਾ, ਹੋਰ ਕੁਛ ਨਹੀਂ ਕਰਨਾ, ਠੀਕ ਆ ਜੀ। ਜਿਹੜਾ ਵੀ ਆਹ ਦਿੱਤਾ ਹੋਵੇ ਇਹਦੇ 'ਚ ਨਾ ਉਲਝਿਓ, 10,000 ਰੁਪਏ ਪ੍ਰਤੀ ਵਸਤੂ, ਉਹਨੂੰ ਗੋਲੀ ਮਾਰ ਦਿਓ ਬਸ। ਆਹ ਲਿਖਿਆ ਹੋਇਆ ਗੋਲੀ ਮਾਰ ਦੇਣੀ ਉਹਨੂੰ ਬਸ। ਆਪਾਂ ਆਹੀ ਚੱਕਣਾ, 20% ਹਾਨੀ ਹੋ ਰਿਹਾ, 20% ਲਾਭ ਹੋ ਰਿਹਾ, ਠੀਕ ਆ ਜੀ। ਤਾਂ ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ ਫਿਰ। ਹਾਂਜੀ ਪ੍ਰਸ਼ਨ ਨੰਬਰ 5 ਦੇਖੋ ਜੀ। ਇੱਕ ਵਸਤੂ ਨੂੰ 1516 ਵਿੱਚ ਵੇਚ ਕੇ ਕਮਾਇਆ ਗਿਆ ਲਾਭ ਉਸ ਵਸਤੂ ਨੂੰ 1112 ਰੁਪਏ ਵਿੱਚ ਵੇਚ ਕੇ ਕਮਾਈ ਗਈ ਹਾਨੀ ਦੇ ਬਰਾਬਰ ਹੈ। ਤਾਂ ਵਸਤੂ ਦੀ ਕੀਮਤ ਪਤਾ ਕਰੋ। ਜਦੋਂ ਵੀ ਇਹੋ ਜਿਹਾ ਪ੍ਰਸ਼ਨ ਆ ਜਾਏ, ਜਦੋਂ ਵੀ ਨੋਟ ਕਰੀ ਜਾਓ, ਪ੍ਰਸ਼ਨ ਬਹੁਤ ਇੰਪੋਰਟੈਂਟ ਨੇ ਇਹ ਕਾਪੀ 'ਤੇ।
ਇੱਕ ਵਸਤੂ ਨੂੰ 1516 ਰੁਪਏ ਵਿੱਚ ਵੇਚ ਕੇ ਕਮਾਇਆ ਗਿਆ ਲਾਭ ਉਸ ਵਸਤੂ ਨੂੰ 1112 ਰੁਪਏ ਵਿੱਚ ਵੇਚ ਕੇ ਕਮਾਈ ਗਈ ਹਾਨੀ ਦੇ ਬਰਾਬਰ ਹੈ ਤਾਂ ਵਸਤੂ ਦੀ ਕੀਮਤ ਪਤਾ ਕਰੋ। ਕੁਛ ਨਹੀਂ ਕਰਨਾ, ਇੱਕ ਵਸਤੂ ਨੂੰ ਵੇਚ ਕੇ ਕਮਾਈ ਜੋ ਬਰਾਬਰ ਜਾਏ ਨਾ, ਕਮਾਇਆ ਗਿਆ ਲਾਭ ਉਸਨੂੰ ਵੇਚ ਕੇ ਇੰਨੇ ਵੇਚ ਕੇ ਕਮਾਈ ਗਈ ਹਾਨੀ ਦੇ ਬਰਾਬਰ ਹੈ। ਕੁਛ ਨਹੀਂ ਕਰਨਾ, ਜਿੰਨੀ ਵੀ ਰਕਮ ਦਿੱਤੀ ਹੋਈ ਕਿੰਨੀ ਦਿੱਤੀ ਹੈ 1516 ਉਹ ਦੂਜੀ ਕੀ ਦਿੱਤੀ ਹੋਈ ਆ 1112। ਕੁਛ ਨਹੀਂ ਕਰਨਾ, ਠੀਕ ਹੈ ਜੀ। ਪਲੱਸ ਕਰਕੇ ਥੱਲੇ 2 ਨਾਲ ਡਿਵਾਈਡ ਕਰ ਦੇਣਾ, ਬਸ ਆਨਸਰ ਆ ਜਾਊ ਤੁਹਾਡਾ। ਹੋਰ ਕੋਈ ਹੋ ਜੂ, ਜੋੜ ਦੋ ਇਹਨੂੰ, ਕਿੰਨਾ ਆ ਜੂ, ਇਹਨੂੰ ਜੋੜਾਂਗੇ 1112 ਨੂੰ 1516 ਜੋੜਾਂਗੇ ਤਾਂ ਆਪਣਾ ਬਣਦਾ 2628 ਬਣਦਾ, ਠੀਕ ਹੈ ਜੀ। 2628/2 ਕਰ ਲਓ ਇਹਨੂੰ ਸੋਲਵ। 13 ਆਉਂਦਾ ਹੁੰਦਾ 14, ਠੀਕ ਹੈ ਜੀ। 13 ਚੋਂ ਆਪਣਾ ਆ ਜੂਗਾ 13 ਚੋਂ 14 ਆਨਸਰ, ਠੀਕ ਹੈ ਜੀ। ਤਾਂ ਨੋਟ ਕੱਢ ਕੇ ਦੇਖ ਲਓ, ਵੰਡ ਕਰਕੇ ਮੈਂ ਸਿੱਧੀ ਕੀਤੀ ਆ, ਠੀਕ ਹੈ ਜੀ। ਕੁਛ ਨਹੀਂ ਕਰਨਾ, ਜਦੋਂ ਵੀ ਇਹੋ ਜਿਹਾ ਪ੍ਰਸ਼ਨ ਆ ਜੀ ਇੱਕ ਵਸਤੂ ਨੂੰ 1500 ਰੁਪਏ ਵਿੱਚ ਵੇਚ ਕੇ ਜਾਂ ਕਿੰਨੇ ਵੀ ਵੇਚ ਕਮਾਇਆ ਗਿਆ ਲਾਭ ਉਸ ਵਸਤੂ ਨੂੰ ਇੰਨੇ, ਉਸੀ ਵਸਤੂ ਨੂੰ ਜੇ ਉਸੀ ਵਸਤੂ ਨੂੰ ਇੰਨੇ ਵਿੱਚ ਵੇਚ ਕੇ ਹਾਨੀ ਜਾਂ ਲਾਭ ਦੇ ਬਰਾਬਰ ਹੈ, ਕਿਸੇ ਦੇ ਬਰਾਬਰ ਹੈ ਤਾਂ ਕੀਮਤ ਪਤਾ ਕਰੋ। ਜਾਂ ਕੀਮਤ ਪਤਾ ਕਰਨ ਨੂੰ ਕਹਿ ਦੇਣ, ਕੁਛ ਨਹੀਂ ਕਰਨਾ, ਜਿੰਨੀਆਂ 2 ਰਕਮ ਦਿੱਤੀਆਂ ਨੂੰ ਦੋਨੋਂ ਲਿਖਣਾ, ਜੋੜ ਕਰਨਾ, 2 ਨਾਲ ਡਿਵਾਈਡ ਕਰ ਦੇਣਾ, ਬਸ ਆਨਸਰ ਆ ਜੂ। ਕਿੰਨਾ ਆ ਗਿਆ 1314 ਆਨਸਰ ਆ ਗਿਆ ਆਪਣਾ। ਬਸ ਇੰਨੇ ਆਸਾਨ ਤਰੀਕੇ ਨਾਲ ਕਢਾ ਰਿਹਾ ਤੁਹਾਨੂੰ ਪ੍ਰਸ਼ਨ, ਠੀਕ ਆ ਜੀ। ਚਲੋ ਜੀ ਹੁਣ ਅਗਲਾ ਪ੍ਰਸ਼ਨ ਕੱਢੀਏ ਜੀ। ਹਾਂਜੀ, ਪ੍ਰਸ਼ਨ ਨੰਬਰ 6 ਦੇਖੋ ਜੀ। ਅਮਿਤ ਨੇ ਇੱਕ ਮੋਬਾਈਲ 31% ਦੇ ਲਾਭ ਨਾਲ ਵੇਚਿਆ। ਜੇਕਰ ਉਸਨੇ ਮੋਬਾਈਲ 294 ਰੁਪਏ ਜ਼ਿਆਦਾ ਨਾਲ ਵੇਚਿਆ ਹੁੰਦਾ ਤਾਂ ਲਾਭ 38% ਹੋਣਾ ਸੀ। ਮੋਬਾਈਲ ਦੀ ਕੀਮਤ ਪਤਾ ਕਰੋ। ਹਾਂ ਬਈ, ਇਹਲੀ ਗੱਲ ਤਾਂ ਪ੍ਰਸ਼ਨ ਨੂੰ ਧਿਆਨ ਨਾਲ ਦੇਖੋ ਬਈ। ਅਮਿਤ ਨੇ ਇੱਕ ਮੋਬਾਈਲ 31% ਦੇ ਲਾਭ ਨਾਲ ਵੇਚਿਆ, ਤਾਂ ਬਈ ਲਾਭ ਕਿੰਨਾ ਗਾ, ਪ੍ਰੋਫਿਟ ਕਿੰਨਾ 31%, ਠੀਕ ਹੈ ਜੀ। ਟੋਟਲ ਪ੍ਰੋਫਿਟ ਕਿੰਨਾ ਆਪਣਾ 31% ਆ, ਠੀਕ ਹੈ। ਕਹਿੰਦੇ ਜੇ ਉਹਨੇ 294 ਰੁਪਏ ਹੋਰ ਨਾ ਵੇਚਿਆ ਹੁੰਦਾ ਤਾਂ ਉਹਨੂੰ 38% ਲਾਭ ਹੋਣਾ ਸੀ। ਜੇ 294 ਰੁਪਏ ਹੋਰ ਨਾ ਵੇਚਿਆ ਹੁੰਦਾ ਤਾਂ ਕਿੰਨਾ ਹੋਣਾ ਸੀ, ਕਹਿੰਦੇ ਲਾਭ, ਤਾਂ ਉਹਨੂੰ ਲਾਭ ਬਰਾਬਰ 38% ਦਾ ਲਾਭ ਹੋਣਾ ਸੀ ਟੋਟਲ, ਠੀਕ ਹੈ। ਜੇ 294 ਰੁਪਏ ਹੋਰ ਨਾ ਵੇਚਿਆ ਤਾਂ ਵੀ ਤੁਹਾਨੂੰ ਦੇਖੋ 31 ਰੁਪਏ ਤਾਂ ਉਹਨੇ ਮੋਬਾਈਲ ਵੇਚਿਆ, ਜੇ ਕਹਿੰਦੇ 294 ਰੁਪਏ ਹੋਰ ਵਧਾ ਕੇ ਵੇਚ ਦਿੰਦਾ ਤਾਂ ਉਹਨੂੰ 38 ਦਾ ਹੋ ਜਾਣਾ ਸੀ ਲਾਭ। ਤਾਂ ਇਹਦਾ ਮਤਲਬ ਜਿਹੜਾ 7% ਲਾਭ ਵਧਾ ਰਿਹਾ ਉਹ ਕਿਹਦੇ ਬਰਾਬਰ ਹੈਗਾ, 7% ਲਾਭ, 7% ਲਾਭ ਕਿਹਦੇ ਬਰਾਬਰ ਹੈਗਾ, ਇਹ 294 ਰੁਪਏ ਦੇ ਬਰਾਬਰ ਹੀ ਆ, ਠੀਕ ਆ ਜੀ। ਦੇਖੋ 31% ਤਾਂ ਉਹਨੂੰ ਟੋਟਲ ਲਾਭ ਹੋ ਰਿਹਾ। ਜੇ ਕਹਿੰਦੇ 294 ਰੁਪਏ ਹੋਰ ਜੋੜਨ ਦਾ ਕੀਮਤ ਵਿੱਚ ਜਿੱਦਾਂ ਉਹਨੇ ਵੇਚਿਆ ਤਾਂ ਉਹਨੂੰ 38 ਹੋ ਜਾਂਦਾ ਵੱਧ ਕੇ ਭਾਈ, ਠੀਕ ਆ। ਉਹਨੇ ਵੇਚਣ ਤਾਂ ਉਹਨੂੰ 31 ਦਾ ਹੋ ਰਿਹਾ। ਜੇ 294 ਵਧਾਏ ਤਾਂ ਹੀ ਉਹਨੂੰ 7% ਲਾਭ ਵਧਿਆ, ਤਾਂ ਹੀ ਉਹਦਾ 7% ਲਾਭ ਵਧਿਆ। ਤਾਂ 7% ਕਿਹਦੇ 94 ਬਰਾਬਰ ਹੀ ਹੋ ਗਿਆ, ਠੀਕ ਆ। 7% 94 ਦੇ ਬਰਾਬਰ ਹੋ ਗਿਆ ਤਾਂ ਬਈ 1% ਕਿਹਦੇ ਬਰਾਬਰ ਹੋਊਗਾ, ਡਿਵਾਈਡ ਕਰ ਦਿਓ 294 ਨੂੰ 7 ਦੇ ਡਿਵਾਈਡ ਕਰ ਦਿਓ, ਕਿੰਨਾ ਆਉਂਦਾ, ਹਾਂਜੀ ਕਿੰਨਾ ਆਉਂਦਾ ਗਾ 42 ਆ ਜੂ, ਠੀਕ ਆ ਜੀ। 42 ਆਉਂਦਾ ਡਿਵਾਈਡ ਕਰਕੇ, 42 ਆ ਜੂ। 1% ਕਿਹਦੇ ਬਰਾਬਰ ਹੋ ਗਿਆ ਫਿਰ, 42 ਦੇ ਬਰਾਬਰ ਹੋ ਗਿਆ। 1% 42 ਦੇ ਬਰਾਬਰ ਹੋ ਗਿਆ ਤਾਂ ਫਿਰ 100% ਕਿਹਦੇ ਬਰਾਬਰ ਹੁੰਦਾ, ਕੀਮਤ ਕਿਹਦੇ ਬਰਾਬਰ ਆ ਜੂਗੀ, 4200 ਦੇ ਬਰਾਬਰ ਹੀ ਆ ਜੂਗੀ। ਇੰਨੇ ਆਸਾਨ ਪ੍ਰਸ਼ਨ ਨੇ, 4200 ਦੇ ਬਰਾਬਰ ਹੀ ਆ ਜੂ। ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਆ ਜੂ, ਠੀਕ ਆ ਜੀ। 4200 ਪਿਆ ਗਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 7 ਦੇਖੋ ਜੀ। ਹਾਂਜੀ 7 ਦੇਖੋ ਜੀ। ਪ੍ਰਸ਼ਨ ਨੰਬਰ 15 ਕਿਤਾਬਾਂ ਦਾ ਖਰੀਦ ਮੁੱਲ ਬਰਾਬਰ ਹੈ 18 ਕਿਤਾਬਾਂ ਦੇ ਵੇਚ ਮੁੱਲ ਦੇ, ਤਾਂ ਲਾਭ ਜਾਂ ਹਾਨੀ ਪ੍ਰਤੀ ਪਤਾ ਕਰੋ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ, ਆਮ ਕਰਕੇ ਪੇਪਰਾਂ ਵਿੱਚ ਪੁੱਛਿਆ ਜਾਂਦਾ ਇਹੋ ਜਿਹਾ ਪ੍ਰਸ਼ਨ, ਬਹੁਤ ਹੀ ਆਸਾਨ ਆ। 15 ਕਿਤਾਬਾਂ ਦਾ ਖਰੀਦ ਮੁੱਲ ਬਰਾਬਰ ਹੈ 18 ਕਿਤਾਬਾਂ ਦੇ ਵੇਚ ਮੁੱਲ ਦੇ, ਤਾਂ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ, ਠੀਕ ਆ। ਜਦੋਂ ਵੀ ਇਹੋ ਜਿਹਾ ਪ੍ਰਸ਼ਨ ਆ ਜੇ, ਠੀਕ ਆ ਵੀ ਕੀ ਆ, ਕਹਿੰਦੇ 15 ਕਿਤਾਬਾਂ ਦਾ ਖਰੀਦ ਮੁੱਲ ਕੀ ਹੈ, CP 15 ਕਿਤਾਬਾਂ ਦਾ CP ਬਰਾਬਰ ਹੈ 18 ਕਿਤਾਬਾਂ ਦੇ SP ਦੇ, 18 ਕਿਤਾਬਾਂ ਦੇ SP। 15 ਕਿਤਾਬਾਂ ਦਾ ਖਰੀਦ ਮੁੱਲ ਬਰਾਬਰ ਹੈ 18 ਕਿਤਾਬਾਂ ਦੇ ਵੇਚ ਮੁੱਲ ਦੇ, ਠੀਕ ਆ ਜੀ। ਆਹੀ ਤਾਂ ਆਪਾਂ ਨੂੰ ਪ੍ਰਸ਼ਨ ਵਿੱਚ ਕਿਹਾ, ਕੁਛ ਨਹੀਂ ਕਰਨਾ, ਕੀ ਲਿਖ ਦੇਣਾ ਜੇ ਇਹੋ ਜਿਹਾ ਪ੍ਰਸ਼ਨ ਆ ਜੇ। ਜਿਹੜਾ ਖਰੀਦ ਮੁੱਲ ਉਹਨੂੰ ਉੱਪਰ ਰੱਖਣਾ, ਜਿਹੜਾ ਵੇਚ ਮੁੱਲ ਹੈ SP ਉਹਨੂੰ ਥੱਲੇ ਰੱਖਣਾ। ਕੀ ਨਾ ਬਸ ਕਿੰਨਾ ਗਾ ਖਰੀਦ ਮੁੱਲ ਕਿੰਨਾ ਆਪਣਾ 15 ਗਾ, ਥੱਲੇ ਵੇਚ ਮੁੱਲ ਕਿੰਨਾ ਗਾ ਆਪਣਾ, ਵੇਚ ਮੁੱਲ ਕਿੰਨਾ 18 ਗਾ। ਕਿੰਨੇ ਦਾ ਭਾਈ, ਪਰ ਸਿੱਧੀ ਦੇਖ ਲਓ 3 ਦਾ ਲਾਭ ਹੋ ਗਿਆ। 15 3 ਜੋੜੇ 18 ਹੀ ਹੁੰਦਾ ਗਾ, ਤਾਂ ਆਪਾਂ ਨੂੰ ਵੀ 3 ਦਾ ਲਾਭ ਹੀ ਹੋ ਰਿਹਾ। 15 ਦੀ ਖਰੀਦ ਮੁੱਲ CP ਕਿੰਨਾ 15 ਦਾ, ਵੇਚ ਮੁੱਲ ਕਿੰਨਾ ਗਾ 18। ਜਦੋਂ ਵੀ ਬਰਾਬਰ ਜਿਹਾ ਜਾਂ ਪ੍ਰਸ਼ਨ ਆ ਜਾਏ 15 ਦਾ ਖਰੀਦ ਮੁੱਲ ਬਰਾਬਰ ਹੈ ਤਾਂ ਕੁਛ ਨਹੀਂ ਕਰਨਾ, ਜਿੰਨਾ ਬਰਾਬਰ ਆ ਜੇ ਆਹ ਬਟੇ 'ਚ ਰੱਖ ਲੈਣਾ ਬਸ, ਠੀਕ ਆ ਜੀ। 3 ਦਾ ਵਾਧਾ ਹੋ ਰਿਹਾ ਵੇਚ ਮੁੱਲ 'ਚ, ਠੀਕ ਆ ਜੀ। ਤਾਂ ਆਪਾਂ ਨੂੰ ਲਾਭ ਹੋ ਰਿਹਾ ਬਈ, ਲਾਭ ਹੋ ਰਿਹਾ, ਲਾਭ 3 ਦਾ ਹੋ ਰਿਹਾ, ਠੀਕ ਆ ਜੀ। ਪ੍ਰਤੀਸ਼ਤ ਵਿੱਚ ਕਿਵੇਂ ਪਤਾ ਕਰਨਾ ਹੁੰਦਾ, ਤੁਹਾਨੂੰ ਮੈਂ ਫਾਰਮੂਲਾ ਲਿਖਾ ਚੁੱਕਿਆ ਕਿਵੇਂ ਪਤਾ ਕਰੀਦਾ ਹੁੰਦਾ। ਜਿੰਨਾ ਵੀ ਆਪਾਂ ਨੂੰ ਲਾਭ ਹੋ ਰਿਹਾ ਉਹਨੂੰ ਉੱਪਰ ਲਿਖ ਲਏ, ਠੀਕ ਆ ਜੀ। ਜਿੰਨਾ ਖਰੀਦ ਮੁੱਲ ਕਿੰਨਾ ਆਪਣਾ 15 ਗਾ, 15 ਨੂੰ ਥੱਲੇ ਲਿਖ ਲਏ,
ਗੁਣਾ 100 ਨਾਲ ਕਰਦੇ, ਠੀਕ ਆ ਜੀ। ਗੁਣਾ 100 ਨਾਲ ਕਰਦੇ 5 ਤੀਏ 15 ਹੁੰਦਾ ਤਾਂ ਕੱਟੇ ਗਿਆ, ਠੀਕ ਆ ਜੀ। ਸਿੱਧਾ 5 ਨੂੰ 100 ਨਾਲ ਕੱਟ ਦੋ, ਹੁਣ 5 ਨੂੰ 100 ਨਾਲ ਕੱਟ ਦੋ ਕਿੰਨਾ ਕਿੰਨਾ ਹੁੰਦਾ 20 ਹੁੰਦਾ। ਸਿੱਧਾ ਹੀ ਆਨਸਰ ਆ ਗਿਆ ਆਪਣੇ ਦਾ 20% ਲਾਭ ਹੋ ਰਿਹਾ ਪਿਆ ਆਨਸਰ ਆਪਣਾ ਆਪਸ਼ਨ ਨੰਬਰ 20 ਪਿਆ। ਜਦੋਂ ਵੀ ਇਹੋ ਜਿਹਾ ਪ੍ਰਸ਼ਨ ਆ ਜਾਏ 15 ਕਿਤਾਬਾਂ ਦਾ ਖਰੀਦ ਮੁੱਲ ਬਰਾਬਰ 18 ਕਿਤਾਬਾਂ ਦੇ ਵੇਚ ਮੁੱਲ ਦੇ ਨਾਲ ਲਾਭ ਜਾਂ ਹਾਨੀ ਪਤਾ ਪਤੀ 'ਤੇ ਪਤਾ ਕਰੋ। ਕੁਛ ਨਹੀਂ ਕਰਨਾ, ਜਿੰਨਾ ਖਰੀਦ ਮੁੱਲ ਆ ਉਹਨੂੰ ਉੱਪਰ ਲਿਖਣਾ, ਜਿੰਨਾ ਵੇਚ ਮੁੱਲ ਆ ਉਹਨੂੰ ਥੱਲੇ ਲਿਖਣਾ। ਕਿੰਨਾ ਰਕਮ ਭਰ ਦੇਣੀ ਇਹਨੇ। ਜਿਹ 'ਚ ਵੀ ਹੁਣ ਜੇ ਵੱਧ ਰਿਹਾ ਆਪ ਨੂੰ ਵੇਚ ਮੁੱਲ ਵੱਧ ਰਿਹਾ ਤਾਂ ਲਾਭ ਹੋ ਰਿਹਾ, ਜੇ ਖਰੀਦ ਮੁੱਲ ਵੱਧ ਰਿਹਾ ਹੁੰਦਾ ਤਾਂ ਹਾਨੀ ਹੁੰਦੀ ਹੈ। ਜੇ ਆਪਾਂ ਘੱਟ ਦੀ ਜਾ ਕੇ ਵੱਧ 'ਚ ਵੇਚਾਂਗੇ ਤਾਂ ਆਪਾਂ ਨੂੰ ਲਾਭ ਹੀ ਹੋਊਗਾ, 3 ਦਾ ਲਾਭ ਹੋ ਰਿਹਾ। ਪ੍ਰਤੀਸ਼ਤ ਮੈਂ ਤੁਹਾਨੂੰ ਦੱਸਿਆ ਕਿਵੇਂ ਪਤਾ ਕਰਨਾ ਹੁੰਦਾ। ਜਿੰਨਾ ਆਪਾਂ ਨੂੰ ਲਾਭ ਹੋ ਰਿਹਾ ਉਹਨੂੰ ਉੱਪਰ ਰੱਖ ਲਈਦਾ ਹੁੰਦਾ, ਜਿੰਨਾ ਆਪਾਂ ਨੂੰ ਖਰੀਦ ਮੁੱਲ ਹੈਗਾ ਉਹਨੂੰ ਥੱਲੇ ਰੱਖ ਲਈਦਾ, ਗੁਣਾ 100 ਨਾਲ ਕਰ ਦਈਦਾ ਤਾਂ ਆਪਣਾ ਕੀ ਹੋ ਰਿਹਾ 20% ਲਾਭ ਹੋ ਰਿਹਾ। ਬਿਲਕੁਲ ਰਾਈਟ ਆਨਸਰ ਆ ਜੂ। ਇੰਨੇ ਸੌਖੇ ਤਰੀਕੇ ਨਾਲ ਤੁਹਾਨੂੰ ਪ੍ਰਸ਼ਨ ਕਰਾ ਰਹੇ ਹਾਂ, ਠੀਕ ਆ ਜੀ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 8 ਦੇਖੋ ਜੀ। ਰਮੇਸ਼ ਨੇ ਇੱਕ ਸਕੂਟਰ 20,000 ਰੁਪਏ ਵਿੱਚ ਖਰੀਦਿਆ। ਉਹ ਸਕੂਟਰ ਉਸਨੇ 20% ਲਾਭ 'ਤੇ ਵੇਚਤਾ। ਉਸਨੇ ਉਹ ਸਕੂਟਰ ਕਿੰਨੇ ਪ੍ਰਤੀਸ਼ਤ ਲਾਭ 'ਤੇ ਵੇਚਿਆ, ਠੀਕ ਆ ਜੀ। ਠੀਕ ਆ ਜੀ, ਇਹ ਪ੍ਰਸ਼ਨ ਥੋੜ੍ਹਾ ਜਿਹਾ ਰੋਂਗ ਹੈ, ਠੀਕ ਹੈ ਜੀ। ਰੇਟ 'ਤੇ ਵੇਚਿਆ, ਉਹਦੇ ਰੇਟ 'ਤੇ ਆਉਣਾ ਸੀ। ਰਮੇਸ਼ ਨੇ ਇੱਕ ਸਕੂਟਰ 20,000 ਰੁਪਏ ਵਿੱਚ ਖਰੀਦਿਆ। ਉਹ ਸਕੂਟਰ ਉਸਨੇ 20% ਲਾਭ 'ਤੇ ਵੇਚਤਾ, ਠੀਕ ਆ ਜੀ। 20% ਲਾਭ 'ਤੇ ਵੇਚਤਾ। ਉਸਨੇ ਸਕੂਟਰ ਰੇਟ ਪੁੱਛ ਰਿਹਾ ਉਰੇ ਕਿੰਨੇ ਰੇਟ ਆਊਗਾ, ਕਿੰਨੇ ਰੇਟ ਕਿੰਨੀ ਕੀਮਤ 'ਤੇ ਵੇਚਿਆ, ਕਿੰਨੀ ਕੀਮਤ 'ਤੇ ਵੇਚਿਆ, ਠੀਕ ਆ ਜੀ। ਆਪਾਂ ਤੋਂ SP ਪਤਾ ਪੁੱਛ ਰਿਹਾ ਕਿੰਨੀ ਕੀਮਤ 'ਤੇ ਵੇਚਿਆ। ਦੁਬਾਰੇ ਦੁਹਰਾਉਣਾ ਮੈਂ ਪ੍ਰਸ਼ਨ। ਰਮੇਸ਼ ਨੇ ਇੱਕ ਸਕੂਟਰ 20,000 ਰੁਪਏ ਵਿੱਚ ਖਰੀਦ ਲਿਆ। ਉਹ ਸਕੂਟਰ ਉਸਨੇ 20% ਲਾਭ 'ਤੇ ਵੇਚਤਾ। ਉਸਨੇ ਉਹ ਸਕੂਟਰ ਕਿੰਨੇ ਰੇਟ 'ਤੇ ਵੇਚਿਆ, ਠੀਕ ਆ ਜੀ। ਕਿੰਨੇ ਰੇਟ 'ਤੇ ਵੇਚਿਆ, ਵੇਚ ਮੁੱਲ ਪਤਾ ਕਰ ਰਿਹਾ ਤੁਹਾਨੂੰ ਮੈਂ ਦੱਸਿਆ ਵਿੱਚ ਹੀ ਫਾਰਮੂਲਾ ਭਾਈ। ਲਾਭ ਪ੍ਰਤੀਸ਼ਤ ਦਿੱਤਾ ਹੋਵੇ, ਖਰੀਦ ਮੁੱਲ ਦਿੱਤਾ ਹੋਵੇ, ਵੇਚ ਮੁੱਲ ਪਤਾ ਕਰਨਾ ਜਾਂ ਖਰੀਦ ਮੁੱਲ ਪਤਾ ਕਰਨਾ, ਕੁਛ ਵੀ ਪਤਾ ਕਰਨਾ, ਕਿਹੜਾ ਫਾਰਮੂਲਾ ਕੀ ਹੈ SP ਬਰਾਬਰ ਹੈ ਕੀ ਹੈ ਫਾਰਮੂਲਾ CP। ਵੀ ਲਾਭ ਹੋ ਰਿਹਾ ਤਾਂ ਕੀ ਹੁੰਦਾ ਪਲੱਸ ਹੁੰਦਾ 100 ਪਲੱਸ ਪ੍ਰੋਫਿਟ ਥੱਲੇ 100, ਆਹੀ ਆ ਫਾਰਮੂਲਾ। ਇਹ ਬਹੁਤ ਇੰਪੋਰਟੈਂਟ ਫਾਰਮੂਲਾ, ਠੀਕ ਆ ਜੀ। ਤਾਂ ਆਪਾਂ ਨੂੰ ਕੀ ਆ ਭਰ ਦਿਓ ਕਿ ਆਪਾਂ ਨੂੰ ਕੀ ਕਹਿੰਦੇ ਪੁੱਛ ਰਿਹਾ ਕਿੰਨੇ ਕੀਮਤ 'ਤੇ ਵੇਚਿਆ, ਠੀਕ ਆ ਜੀ। ਤਾਂ ਆਪਾਂ ਵੇਚ ਮੁੱਲ ਪਤਾ ਕਰਨਾ SP ਬਰਾਬਰ ਹੈ ਕਿ CP ਆਪਾਂ ਨੂੰ ਖਰੀਦਿਆ ਕਿੰਨੇ ਦਾ ਸੀ 20,000 ਦਾ। 20,000 ਮੈਂ ਇਹੀ ਲਿਖ ਲਿਆ, ਠੀਕ ਆ ਜੀ। 20,000 ਐਂ ਲਿਖ ਲਿਆ ਆਪਾਂ, 20,000 ਦਾ 20,000 ਐਂ ਲਿਖ ਲਿਆ। 100 20% ਲਾਭ 'ਤੇ ਵੇਚਿਆ, ਪ੍ਰੋਫਿਟ ਕਿੰਨੇ ਦਾ ਹੋ ਰਿਹਾ 20 ਦਾ ਪਲੱਸ 20 ਕਰਦੇ ਹੁੰਦੇ ਆਪਾਂ ਥੱਲੇ 100। ਜਿੰਨਾ ਪ੍ਰੋਫਿਟ 20 ਪਲੱਸ ਕਰਦੇ ਹੁੰਦੇ ਮਾਈਨਸ ਲੋਸ ਹੋਵੇ ਤਾਂ ਹਾਨੀ ਕਰਦੇ ਹੁੰਦੇ ਥੱਲੇ 100 ਦਾ 100 ਐਂ ਲਿਖ ਲਿਆ। ਇਹਨੂੰ ਸੋਲਵ ਕਰ ਲਓ, ਹਾਂਜੀ ਕਰੋ ਸੋਲਵ। ਆਹ 2 ਜ਼ੀਰੋ ਗਈਆਂ, ਆਹ 2 ਜ਼ੀਰੋ ਆਉਣਾ, ਠੀਕ ਆ ਜੀ। ਤਾਂ SP ਬਰਾਬਰ ਆ ਜਾਊਗਾ 200 ਇੰਟੂ 200 ਬਰੈਕਟ 120 ਆ ਜੂ, ਠੀਕ ਆ ਜੀ। 200 ਬਰੈਕਟ 120 ਆਹੀ ਆ ਜਾਊਗਾ। ਇਹਨੂੰ ਗੁਣਾ ਕਰ ਲਓ ਕਿੰਨਾ ਆ ਜੂ ਆਪਣਾ 24,000 ਆ ਜੂ, ਠੀਕ ਆ ਜੀ। 24,000 ਆ ਜੂ। ਆਨਸਰ ਰਾਈਟ ਆ ਜਾਂ ਰੋਂਗ ਐਂ ਦੇਖਣ ਲਈ 24,000 ਪਿਆ ਵੈਸੇ ਆਪਣਾ ਆਪਸ਼ਨ ਨੰਬਰ A ਬਿਲਕੁਲ ਰਾਈਟ ਆਨਸਰ ਪਿਆ 24,000। ਆਨਸਰ ਰਾਈਟ ਆ ਜਾਂ ਰੋਂਗ ਐਂ ਦੇਖਣ ਲਈ ਉਹਨੇ ਪਹਿਲੀ ਦੱਸਤਾ ਵੀ ਲਾਭ ਹੋ ਰਿਹਾ। ਲਾਭ ਕਦੋਂ ਹੁੰਦਾ ਘੱਟ ਦੀ ਖਰੀਦ ਕੇ ਵੱਧ 'ਚ ਖਰੀਦਿਆ ਕਿੰਨੇ ਦਾ 20,000 ਦਾ, ਵੇਚਤਾ 24,000 ਦਾ, 20% ਦਾ ਬਈ ਉਹਨੂੰ ਲਾਭ ਹੋ ਗਿਆ, ਠੀਕ ਆ ਜੀ। ਉਰੇ ਆਹ ਆਪਰੇਸ਼ਨ ਥੋੜ੍ਹਾ ਜਿਹਾ ਮਿਸਟੇਕ ਆ, ਉਰੇ ਵੇਚ ਮੁੱਲ ਬਸ ਪਤਾ ਕਰਨਾ। ਇੰਨਾ ਆਸਾਨ ਤਰੀਕੇ ਨਾਲ ਆਪਾਂ ਫਾਰਮੂਲੇ ਨਾਲ ਤੁਸੀਂ ਸਕਿੰਟਾਂ 'ਚ ਕੱਢੋਗੇ ਜਾਂ ਫਾਰਮੂਲੇ ਦੀ ਪ੍ਰੈਕਟਿਸ ਕਰ ਲਓਗੇ, ਠੀਕ ਆ ਜੀ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਇੱਕ ਵਿਅਕਤੀ ਨੇ 2 ਘੋੜਿਆਂ ਵਿੱਚੋਂ ਹਰ ਇੱਕ ਨੂੰ ਜਿਹਨੂੰ ਦੱਸਿਆ ਜਿਵੇਂ ਉਹੀ ਪ੍ਰਸ਼ਨ ਉਹਦੇ ਵਾਂਗੂ ਹੀ ਹੈ ਆਪਣਾ ਪ੍ਰਤੀ ਵਸਤੂ ਦੀ ਦਰ 'ਤੇ ਉਹੀ ਆ। ਹਰ ਇੱਕ ਨੂੰ 32,500 ਰੁਪਏ ਵਿੱਚ ਵੇਚਿਆ। ਉਸ ਨੂੰ ਇੱਕ ਘੋੜੇ ਉੱਤੇ 15% ਹਾਨੀ ਅਤੇ ਦੂਜੇ ਉੱਤੇ 15% ਲਾਭ ਹੁੰਦਾ ਹੈ ਨਾ। ਅਤੇ ਹੁਣ ਪੁੱਛਦਾ ਵੀ ਟੋਟਲ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ। ਟੋਟਲ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ, ਠੀਕ ਆ। ਹਾਨੀ ਪ੍ਰਤੀਸ਼ਤ ਪਤਾ ਕਰੋ। ਉਹੀ ਪ੍ਰਸ਼ਨ ਇਹੋ ਜਿਹਾ ਪ੍ਰਸ਼ਨ ਤੁਹਾਨੂੰ ਮੈਂ ਸੇਮ ਟੂ ਸੇਮ ਕਰਾ ਚੁੱਕਿਆ। ਥੋੜ੍ਹਾ ਜਿਹਾ ਔਖਾ ਹੈਗਾ, ਇਹਨੂੰ ਕੱਢੋ, ਤੁਸੀਂ ਕੱਢ ਕੇ ਦੱਸੋ ਕਾਪੀ 'ਤੇ। ਇਹਦਾ ਰਾਈਟ ਆਨਸਰ ਤੁਸੀਂ ਕਮੈਂਟ ਵਿੱਚ ਕਰਨਾ, ਠੀਕ ਆ ਜੀ। ਕਮੈਂਟ ਵਿੱਚ ਆਨਸਰ ਦੇਣਾ, ਇਹਦਾ ਰਾਈਟ ਆਨਸਰ ਦੇਣਾ, ਸਾਰਿਆਂ ਨੇ ਰਾਈਟ ਦੇਣਾ। ਉਹੀ ਪ੍ਰਸ਼ਨ ਹੈ ਤੁਹਾਨੂੰ ਮੈਂ ਉਹ ਦੱਸ ਵੀ ਦੇਣਾ ਕਿਹੜਾ ਤੈਨੂੰ ਕਰਾਇਆ ਸੀ ਨਾ, ਜਿਹੜਾ ਮੈਂ 10,000 ਰੁਪਏ ਦੀ ਪ੍ਰਤੀ ਵਸਤੂ ਦੇ ਉੱਤੇ 2 ਵਸਤੂ ਵੇਚਦਾ ਹੈ। ਨੈੱਟ ਪ੍ਰੋਫਿਟ ਵਾਲਾ ਇਹ ਆਪਣਾ ਉਹੀ ਨੈੱਟ ਵਾਲਾ ਮੈਂ ਤੁਹਾਨੂੰ ਫਾਰਮੂਲਾ ਲਿਖਾਇਆ ਸੀ। ਹੁਣ ਤੁਹਾਨੂੰ ਫਾਰਮੂਲਾ ਵੀ ਦੱਸਤਾ, ਹੁਣ ਕੱਢ ਕੇ ਦਿਖਾ ਦਿਓ ਰਾਈਟ ਕਿੰਨੇ % ਦੀ। ਆਹ ਤੁਹਾਨੂੰ ਆਪਸ਼ਨ ਪਿਆ ਗਏ, ਠੀਕ ਆ ਜੀ। ਦੁਬਾਰੇ ਦੁਹਰਾਉਣਾ ਪ੍ਰਸ਼ਨ। ਇੱਕ ਵਿਅਕਤੀ ਨੇ 2 ਘੋੜਿਆਂ ਵਿੱਚੋਂ ਹਰ ਇੱਕ ਨੂੰ 32,500 ਰੁਪਏ ਵਿੱਚ ਵੇਚਿਆ। ਉਸ ਨੂੰ ਇੱਕ ਘੋੜੇ ਉੱਤੇ 15% ਹਾਨੀ ਅਤੇ ਦੂਜੇ ਉੱਤੇ 15% ਲਾਭ ਹੁੰਦਾ ਹੈ। ਤਾਂ ਟੋਟਲ ਲਾਭ ਅਤੇ ਹਾਨੀ ਪ੍ਰਤੀਸ਼ਤ ਪਤਾ ਕਰੋ। ਨੈੱਟ ਪ੍ਰੋਫਿਟ ਪੁੱਛਦੇ ਆ ਵੀ ਆਪਾਂ ਨੂੰ ਟੋਟਲ, ਤੁਹਾਨੂੰ ਮੈਂ ਦੱਸ ਵੀ ਚੁੱਕਿਆ ਹਾਂ ਪ੍ਰਸ਼ਨ ਪਹਿਲਾਂ। ਤੁਸੀਂ ਇਹਦਾ ਰਾਈਟ ਆਨਸਰ ਕਮੈਂਟ ਵਿੱਚ ਦੇਣਾ, ਠੀਕ ਆ ਜੀ। ਤਾਂ ਅੱਜ ਤੁਹਾਨੂੰ ਵੀ ਆਪਾਂ ਮੈਥ ਦੇ ਕੁਝ ਪ੍ਰਸ਼ਨ ਕਰਾਇਆ। ਇਹ ਵੈਸੇ ਇੰਪੋਰਟੈਂਟ ਨੇਗੇ ਸਾਰੇ, ਤੁਹਾਨੂੰ ਹੋਰ ਵੀ ਕਰਾਵਾਂਗੇ। ਤੁਹਾਨੂੰ ਮੈਂ ਇੱਕ ਵਾਰੀ ਔਸਤ ਕਰਾਊਂਗਾ, ਇਸ ਤੋਂ ਬਾਅਦ ਐਵਰੇਜ ਕਰਾਵਾਂਗੇ ਅਤੇ ਉਦੋਂ ਬਾਅਦ ਤੁਹਾਨੂੰ ਔਸਤ ਅਤੇ ਲਾਭ ਹਾਨੀ ਦੇ
ਇੰਪੋਰਟ ਆਪਰੇਸ਼ਨ ਕਰਾਵਾਂਗੇ ਤੁਹਾਨੂੰ ਇੱਕ ਦੋ ਦਿਨਾਂ ਵਿੱਚ ਹੀ ਆਪਾਂ ਇੰਪੋਰਟ ਆਪਰੇਸ਼ਨਾਂ ਦੀ ਉਹ ਵੀਡੀਓ ਪਾ ਦਾਂਗੇ। 50 ਆਪਰੇਸ਼ਨ ਕਰਾ ਦਾਂਗੇ ਟੋਟਲ ਤੁਹਾਨੂੰ। ਤਾਂ ਕਰਕੇ ਤੁਹਾਨੂੰ ਅਲੱਗ-ਅਲੱਗ ਟਾਈਪ ਦੇ ਪਾਵਾਂਗੇ ਵੀ ਇਹ ਤੋਂ ਬਾਅਦ ਆ ਹੀ ਨਾ ਸਕੇ ਤੁਹਾਨੂੰ ਪੇਪਰ, ਠੀਕ ਆ ਜੀ। ਉਹ ਤੋਂ ਬਾਅਦ ਆ ਹੀ ਨਾ ਸਕੇ ਉਹ ਤੋਂ ਬਾਹਰ ਪੇਪਰ। ਇਹ ਕਰਕੇ ਵੀ ਵੀਡੀਓ ਨੂੰ ਲਾਈਕ ਕਰ ਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਧਿਆਨ ਨਾਲ ਦੇਖ ਲਿਓ ਕਰੋ ਵੀਡੀਓ ਨੂੰ। ਅਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਆਪਣਾ। ਗੁੱਡ ਲੱਕ ਸਾਰਿਆਂ ਨੂੰ, ਧੰਨਵਾਦ।